ਸਤਿ ਸ਼੍ਰੀ ਅਕਾਲ, ਸਲਾਮ, ਸਵਾਗਤ, ਪ੍ਰਣਾਮ ਸਭ ਸਤਿਕਾਰਯੋਗ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਟੀਵੀ ਤੇ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਸਾਡੇ ਨਾਲ ਸਾਡੇ ਭੈਣ ਰਾਣੀ ਵਧੀਆ ਲਫ਼ਜ਼ ਹੈ ਡਾਕਟਰ ਸਾਹਿਬ ਕਹਿਣ ਦੇ ਨਾਲੋਂ ਡਾਕਟਰ ਹਰਸ਼ਿੰਦਰ ਕੌਰ ਜੀ। ਸਵਾਗਤ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਜਿੰਨੇ ਵੇਖ ਸੁਣ ਸਕਦੇ ਨੇ ਸਭਨਾਂ ਨੂੰ ਨਿੱਘੀ ਫਤਿਹ। ਫਤਿਹ ਜੀ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ, ਮੇਰੇ ਕਈ ਜਾਣਨ ਵਾਲਿਆਂ ਨੇ ਵੈਸੇ ਵੀ ਪੁੱਛਿਆ ਤੇ ਕਹਿੰਦੇ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੇ ਸਿਰ ਤੇ ਕੀ ਬੰਨਿਆ ਹੁੰਦਾ। ਤੇ ਅੱਜ ਤਾਂ ਉਹ ਕਹਿੰਦੇ ਹੁੰਦੇ ਸੀ ਮੇਰੇ ਵੀਰਾਂ ਦੇ ਜਲੰਧਰੀ ਸਾਫੇ ਗੱਡੀਆਂ 'ਚ ਲੜ ਉੱਡਦੇ, ਤੇ ਭੈਣ ਰਾਣੀ ਦੇ ਜੋ ਸਿਰ ਤੇ ਬੰਨਿਆ ਹੋਇਆ ਇਹਦਾ ਲੜ ਵੀ ਛੱਡਿਆ ਹੋਇਆ। ਕੀ ਚੀਜ਼ ਹੈ ਡਾਕਟਰ ਸਾਹਿਬ ਇਹ? ਮੈਂ ਦੁਬਈ ਗਈ ਸਾਂ ਜਿੱਥੇ ਮੇਰੀ ਗੱਲ ਹੋਈ ਇੱਕ ਅਫਗਾਨੀ ਔਰਤ ਦੇ ਨਾਲ। ਜਿਸ ਤਰੀਕੇ ਉਹਨਾਂ ਨੇ ਆਪਣੇ ਉੱਤੇ ਹੁੰਦੇ ਤਸ਼ੱਦਦ ਬਾਰੇ ਗੱਲ ਕੀਤੀ, ਜਿਸ ਤਰੀਕੇ ਉਹਨਾਂ ਨੇ ਗੱਲ ਕੀਤੀ ਕਿ ਉਹ ਵਕਤ ਦਾ ਜ਼ੁਲਮ ਸਹਿਣ ਬਾਅਦ ਫਿਰ ਵੀ ਬਗਾਵਤੀ ਸੁਰ ਰੱਖਦੀਆਂ ਨੇ। ਫਿਰ ਉਹਨਾਂ ਨੇ ਗੱਲ ਕੀਤੀ ਬਹੁਤ ਸਾਰੀਆਂ ਹੋਰ ਅਜਿਹੇ ਮੁਲਕਾਂ ਦੀ ਜਿੱਥੇ ਔਰਤਾਂ ਨਾਲ ਜ਼ੁਲਮ ਅੱਤਦਾ ਹੋਇਆ, ਪਰ ਉਹਨਾਂ ਨੇ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ, ਮਾਰ ਦਿੱਤੀਆਂ ਗਈਆਂ, ਉਹਨਾਂ ਦੀ ਆਵਾਜ਼ ਦੱਬ ਦਿੱਤੀ ਗਈ। ਤਾਂ ਉਹਨਾਂ ਨੇ ਇੱਕ ਬਗਾਵਤੀ ਸੁਰ ਚੱਕਿਆ, ਜੋ ਮੈਨੂੰ ਉਹਨਾਂ ਨੇ ਇੱਕ ਭੇਂਟ ਵੀ ਕੀਤੀ ਕਿ ਇਹ ਮੌਤ ਦਾ ਸਾਫਾ ਹੀ ਬੰਨ ਕੇ ਤੁਰ ਰਹੇ ਆ ਕਿ ਬਸ ਵੀ ਕਰੋ, ਅੱਤ ਹੋ ਗਈ। ਤਾਂ ਮੈਨੂੰ ਲੱਗਿਆ ਕਿ 29 ਵਰੇ ਸਿਰਫ ਭਰੂਣ ਹੱਤਿਆ ਲਈ ਗੱਲ ਕਰਦਿਆਂ ਹੋ ਗਈ, ਪਰ ਅੱਜ ਤੱਕ ਉਹ ਖਬਰਾਂ ਹਟੀਆਂ ਨਹੀਂ ਕਿ ਮਾਦਾ ਭਰੂਣ ਹੱਤਿਆ ਅਸੀਂ ਬੰਦ ਕਰ ਚੁੱਕੇ ਹੋਈਏ। ਸੋ ਇੱਕ ਇਹ ਵੀ ਬਗਾਵਤੀ ਸੁਰੀ ਹੈ ਕਿ ਜੇ ਤੁਸੀਂ ਉਹ ਕਰ ਸਕਦੇ ਹੋ ਭਾਈ, ਮੇਰੀ ਵੀ ਬਗਾਵਤੀ ਸੁਰੀ ਹੈ ਕਿ ਬਸ ਵੀ ਕਰੋ ਕਦੇ ਤਾਂ ਬਸ। ਇਹ ਦੁਬਈ ਜਾਂ ਉਹਨਾਂ ਕੰਟਰੀਜ਼ ਦਾ, ਕਿਉਂਕਿ ਦੇਖੋ ਬੀਬੀ ਫਾਤਮਾ, ਰੋਂਦੀ ਬੀਬੀ ਫਾਤਮਾ ਕਰਕੇ ਬਾਂਹ ਖਲੜੀ, ਕਰਬਲਾ ਦੇ ਮੈਦਾਨ 'ਚ ਉਹਦੇ ਬੇਟੇ ਹਸਨ ਹੁਸੈਨ ਦੀ ਸ਼ਹਾਦਤ। ਇਸਲਾਮ ਦੇ ਵਿੱਚ ਅਗਰ ਪਹਿਲੀ ਮੁਸਲਿਮ ਰੂਲਰ ਦੀ ਗੱਲ ਕਰਦੇ ਹਾਂ ਤਾਂ ਆਪਣੇ ਸ਼ਹਿਰ ਬਠਿੰਡਾ, ਜਿਹੜਾ ਪੰਜਾਬ ਦੀ ਪਹਿਲੀ ਰਾਜਧਾਨੀ ਸੀ, ਬਿਕਰਮਗੜ੍ਹ, ਉੱਥੇ ਰਜ਼ੀਆ ਸੁਲਤਾਨ ਪਹਿਲੀ ਮੁਸਲਿਮ ਰੂਲਰ ਬਣਦੀ ਹੈ। ਉਹ ਵੀ ਇਸ ਤਰ੍ਹਾਂ ਦੀ ਦਸਤਾਰ ਬੱਝੀ ਹੁੰਦੀ ਹੈ। ਰਾਣੀ ਝਾਂਸੀ ਹੈ। ਜਿਹੜੀਆਂ ਸਿੱਖ ਵੀਰਾਂਗਣਾ ਨੇ, ਭਾਵੇਂ ਮਾਤਾ ਭਾਗੋ ਜੀ ਦੀ ਗੱਲ ਕਰ ਲਓ, ਮਾਤਾ ਸਾਹਿਬ ਕੌਰ, ਜਾਂ ਉੱਥੇ ਚਲੋ ਤਸਵੀਰਾਂ ਨਹੀਂ ਹੈ, ਤੇ ਦੁਮਾਲੇ ਬਰਾਬਰ ਦੀ ਸ਼ਾਨ ਹੈ। ਔਰਤ ਜਦੋਂ ਸਿਰ ਨੂੰ ਚੁੰਨੀ ਬੰਨ੍ਹ ਲੈਂਦੀ ਹੈ, ਪੰਜਾਬ 'ਚ ਵੀ ਜਦੋਂ ਪਿੜਾਂ 'ਚ ਜਾਣਾ, ਉਹਨੇ ਗਿੱਧਿਆਂ ਦੇ ਪਿੜਾਂ 'ਚ ਤਾਂ ਛੱਡੋ, ਜਦੋਂ ਪਿੜਾਂ 'ਚ ਕੰਮ ਕਰਨਾ, ਉਹ ਵੀ ਕੰਮਕਾਜੀ ਔਰਤਾਂ ਸਿਰ 'ਤੇ ਚੁੰਨੀ ਦਾ ਲੜ ਬੰਨ੍ਹ ਲੈਂਦੀਆਂ ਨੇ, ਜਿਹਨੂੰ ਮੰਡਾਸਾ ਵੀ ਕਹਿੰਦੇ ਆ, ਜਿਹੜਾ ਲੜਾਈ ਜਾਂ ਜੰਗ 'ਚ ਵਰਤਿਆ ਜਾਂਦਾ। ਇਹ ਸਿਰ ਦੀ ਹਿਫਾਜ਼ਤ ਹੈ। ਇੱਕ ਸਰਦਾਰੀ ਵੀ ਹੈ ਜਿਹੜੀ ਦਸ਼ਮੇਸ਼ ਪਿਤਾ ਨੇ ਬਖਸ਼ੀ ਹੈ। 3500 ਸਾਲ ਪੁਰਾਣਾ, 4000 ਸਾਲ ਪੁਰਾਣਾ ਇਤਿਹਾਸ ਹੈ। ਬਾਈਬਲ ਦੇ ਵਿੱਚ ਵੀ ਔਰਤਾਂ ਦਸਤਾਰ ਬੰਨ੍ਹਦੀਆਂ ਸੀ। ਹਿੰਦੂ ਧਰਮ ਦੇ ਵਿੱਚ ਵੀ ਰਸਮ ਪਗੜੀ ਹੁੰਦੀ ਹੈ। ਅੱਛੀ ਗੱਲ ਹੈ, ਤੇ ਸਿਰ ਕੱਜਣਾ ਚਾਹੀਦਾ ਹੈ, ਭਾਵੇਂ ਤਰੀਕਾ ਕੋਈ ਵੀ ਹੋਵੇ, ਪਰ ਦਸਤਾਰ ਔਰਤਾਂ ਵੀ ਬੰਨ੍ਹਦੀਆਂ ਰਹੀਆਂ ਨੇ। ਸ਼ਾਇਦ ਉਸੇ ਦਾ ਇਹ ਰੂਪ ਹੈ ਡਾਕਟਰ ਸਾਹਿਬ। ਮੇਰੇ ਖਿਆਲ ਪਟਿਆਲਾ ਟ੍ਰੈਂਡ ਸੈਟਰ ਹੈ। ਕਰੈਵਟ, ਸਕਾਫ, ਗੁਲੂਬੰਦ, ਪੱਗਾਂ, ਸਲਵਾਰਾਂ ਪਟਿਆਲੇ ਦੀਆਂ ਬੜੀਆਂ ਸ਼ਾਨਾਂ ਨੇ। ਪਰ ਜਿਸ ਤਰ੍ਹਾਂ ਤੁਸੀਂ ਜ਼ੁਲਮ ਦੀ ਗੱਲ ਕੀਤੀ, ਦੁਨੀਆ ਭਰ ਦੇ ਧਰਮਾਂ ਦੇ ਵਿੱਚ ਜਦੋਂ ਔਰਤ ਦੇ ਹੱਕ ਦੇ ਵਿੱਚ ਆਵਾਜ਼ ਦੀ ਗੱਲ ਹੁੰਦੀ ਹੈ, ਤਾਂ ਸ਼ਾਇਦ ਗੁਰੂ ਨਾਨਕ ਸਾਹਿਬ ਨੇ, ਕਿਉਂਕਿ ਤੁਹਾਡੇ ਤਾਂ ਨਾਨਾ ਜੀ ਸਾਹਿਬ ਆਪਣਾ ਡਾਕਟਰ ਸਾਹਿਬ ਸਿੰਘ, ਉਸ ਤੋਂ ਬਾਅਦ ਪ੍ਰੋਫੈਸਰ ਪ੍ਰੀਤਮ ਸਿੰਘ, ਤੁਹਾਡੇ ਫਾਦਰ ਸਾਹਿਬ, ਕੁਦਰਤੀ ਮੇਰੇ ਖਿਆਲ ਇਸ ਪਰਿਵਾਰ 'ਚ ਲਾਡਲੀ ਬੇਟੀ ਵੀ ਹੋ। ਅਤੇ ਇਸ ਦੌਰਾਨ ਇਹ ਜਿਹੜਾ ਵਿਰਾਸਤ ਹੈ ਗੁਰੂ ਨਾਨਕ ਸਾਹਿਬ ਦੀ, ਜੋ ਉਹਨਾਂ ਨੇ ਬਖਸ਼ੀ ਹੈ ਕਿ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਜਾਨ। ਪਰ ਮੈਂ ਵੇਖਦਾ ਸਾਡੇ ਗੀਤਾਂ 'ਚ ਆਉਂਦਾ ਕਿ ਸੱਤ ਭਰਾ ਇੱਕ ਮਿਰਜ਼ਾ, ਬਾਕੀ ਕਿੱਸਾਕਾਰਾਂ ਨੇ, ਕੱਲੀ ਸਾਹਿਬਾਂ ਬੁਰੀ ਬਣਾਤੀ ਬਰਦ ਹਜ਼ਾਰਾਂ ਨੇ। ਤੁਸੀਂ ਫੀਮੇਲ ਫਿਟੀਸਾਈਡ 'ਤੇ ਬਹੁਤ ਕੰਮ ਕੀਤਾ। ਹਰਸ਼ ਆਂਟੀ ਬੱਚੀਆਂ ਨੂੰ ਸੁਚੇਤ ਕਰਦੀ ਹੈ। ਤੁਸੀਂ ਇੱਕ ਮਨੋਵਿਗਿਆਨੀ ਵੀ ਹੋ, ਬੱਚਿਆਂ ਦੇ ਡਾਕਟਰ ਹੋ, ਸਮਾਜ ਸੇਵਕ ਵੀ ਹੋ, ਬਹੁਪੱਖੀ ਸ਼ਖਸੀਅਤ ਹੋ। ਇਸ ਤਰ੍ਹਾਂ ਡਾਕਟਰ ਸਾਹਿਬ ਜਿਸ ਤਰ੍ਹਾਂ ਵੇਖਿਆ ਜਾਂਦਾ, ਹੁਣ ਪੰਜਾਬ ਦੇ ਵਿੱਚ ਇੱਕ NRI ਲੜਕੀ ਆਈ ਹੈ, ਰੀਨਾ ਰਾਏ, ਜੋ ਮਰਹੂਮ ਦੀਪ ਸਿੰਘ ਸਿੱਧੂ, ਸੰਦੀਪ ਸਿੱਧੂ ਦੀ ਗਰਲਫਰੈਂਡ ਹੈ। ਉਸ ਦੇ ਨਾਲ ਵਿਆਹ ਹੋਣਾ ਸੀ, ਪਰ ਉਹ NRI ਬੱਚੀ ਜੋ ਲੜਾਈ ਲੜ ਰਹੀ ਹੈ, ਕਈ ਉਹਨੂੰ ਏਜੰਸੀਆਂ ਦੇ ਲੋਕ ਕਹਿੰਦੇ ਨੇ, ਕੋਈ ਉਹਨੂੰ ਕਹਿੰਦੇ ਦੀਪ ਸਿੱਧੂ ਦਾ ਅਕਸ ਖਰਾਬ ਕਰਦੀ ਹੈ, ਪਰ ਫਿਰ ਵੀ ਉਹਨਾਂ ਦਾ ਸੱਚਾ ਪਿਆਰ ਸੀ। ਇਸ ਗੱਲ ਨੂੰ ਦੀਪ ਸਿੱਧੂ ਵੀ ਮੰਨਦਾ, ਪੰਥਕ ਹਲਕੇ ਵੀ ਮੰਨਦੇ ਨੇ। ਪੰਥ ਨੂੰ ਵੀ ਕੋਈ ਕਿਸੇ ਨੂੰ ਇਤਰਾਜ਼ ਨਹੀਂ ਹੈ, ਕਿਉਂਕਿ ਸੈਕਰਡ ਮੈਰਿਜ ਹੁੰਦੀਆਂ ਨੇ, ਕੋਈ ਇਸ਼ੂ ਨਹੀਂ ਹੈ। ਪਰ ਜੋ ਸੋਸ਼ਲ ਸਾਈਟਸ 'ਤੇ ਸਾਡੇ ਕੁਚੱਜ ਨੇ, ਕਈ ਸਿੱਖ ਆਇਡੈਂਟੀ ਵਾਲੇ, ਜਾਂ ਉਹ ਭਾਵੇਂ ਸਿੱਖ ਨੇ ਜਾਂ ਗੈਰ ਸਿੱਖ ਨੇ ਜਾਂ ਏਜੰਸੀਆਂ ਦੇ ਲੋਕ ਨੇ ਜਾਂ ਐਂਟੀ ਇੰਡੀਅਨ ਲੋਕ ਨੇ, ਪਤਾ ਨਹੀਂ ਕੌਣ ਨੇ, ਪਰ ਜਿਵੇਂ ਉਹ ਲੜਕੀ ਟਰੋਲ ਹੋ ਰਹੀ ਹੈ, ਤੁਹਾਡੀ ਬੇਟੀ ਵੀ ਡਾਕਟਰ ਹੈ, ਤੁਸੀਂ ਇੱਕ ਡਾਕਟਰ ਹੋ, ਮਨੋਵਿਗਿਆਨੀ ਹੋ, ਉਸ ਪੰਜਾਬਣ ਔਰਤ ਦੀ ਦਸ਼ਾ ਨੂੰ ਕੀ ਵੇਖਦੇ ਹੋ ਜਿਸਨੇ ਆਪਣਾ ਸਭ ਤੋਂ ਨੇੜਲਾ ਸਾਥੀ ਗਵਾ ਲਿਆ, ਜਿਹਦੇ ਨਾਲ ਬੜੇ ਵਧੀਆ ਰਿਲੇਸ਼ਨ ਸੀਗੇ। ਰੀਨਾ ਦੇ ਫਾਦਰ
ਸਾਹਿਬ ਉਸ ਦੀਪ ਸਿੱਧੂ ਦੇ ਮੋਢਿਆਂ ਤੇ ਬੈਠਦੇ ਸੀ, ਉਹ ਪੁਸ਼ ਅਪ ਵੀ ਲਾਉਂਦਾ ਸੀ। ਪਰ ਅੱਜ ਜਿਸ ਤਰ੍ਹਾਂ ਉਸ ਲੜਕੀ ਨੂੰ ਪੰਜਾਬ ਦੇ ਵਿੱਚ ਆ ਕੇ ਆਪਣੀ ਗੱਲ ਕਹਿਣ ਤੇ ਜੋ ਕੁਝ ਝੱਲਣਾ ਪੈ ਰਿਹਾ, ਜਾਂ ਪੰਜਾਬੀ ਗਾਲੀ ਗਲੋਚ ਤੇ ਇੱਕ ਔਰਤ ਨੂੰ ਭੰਡਣ ਦੇ ਸਿਲਸਿਲੇ 'ਚ ਇੱਥੋਂ ਤੱਕ ਜਾ ਰਹੇ ਨੇ, ਇਹ ਕੀ ਸੋਚਦੇ ਆ ਡਾਕਟਰ ਹਰਸ਼ਿੰਦਰ ਕੌਰ ਇਸ ਪੰਜਾਬੀ ਸਾਈਕੀ ਤੇ ਜੋ ਸੋਸ਼ਲ ਸਾਈਟਸ ਤੇ ਚੱਲ ਰਹੀ ਹੈ? ਦੇਖੋ ਭਾਜੀ, ਬੜੀ ਡੂੰਗੀ ਜਿਹੀ ਤੁਸੀਂ ਗੱਲ ਛੇੜੀ ਜੇ, ਖਾਸ ਤੌਰ ਤੇ ਔਰਤ ਦਾ ਮਨ। ਬਹੁਤ ਸਾਰੇ ਸੰਬੰਧੀ ਚੁਟਕਲੇ ਵੀ ਬਣ ਚੁੱਕੇ, ਬਹੁਤ ਸਾਰੀ ਇਸ ਤੇ ਯਾਨੀ ਖੋਜ ਵੀ, ਬੇਅੰਤ ਗੱਲਾਂ, ਬੇਅੰਤ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਕਿ ਔਰਤ ਦੇ ਮਨ ਨੂੰ ਸਮਝਣਾ ਨਾਮੁਮਕਿਨ ਹੈ, ਕੁਛ ਇਸ ਤਰ੍ਹਾਂ ਦੀਆਂ ਗੱਲਾਂ ਆਮ ਜੋ ਕੀਤੀਆਂ ਜਾਂਦੀਆਂ ਨੇ। ਗੱਲ ਇਹ ਹੁੰਦੀ ਜੇ ਕਿ ਔਰਤ ਤੇ ਮਰਦ ਦੇ ਜਿੱਥੇ ਸਰੀਰਕ ਅੰਤਰ ਹੁੰਦੇ ਨੇ, ਉੱਥੇ ਉਹਨਾਂ ਦੇ ਮਾਨਸਿਕ ਵੀ ਬਹੁਤ ਜ਼ਿਆਦਾ ਦਿਮਾਗ ਦੇ ਕਈ ਹਿੱਸਿਆਂ ਦੀ ਬਣਤਰ ਵੱਖ ਹੁੰਦੀ ਜੀ। ਮਸਲਨ ਹਿੱਸੇ ਦਿਮਾਗ ਦੇ ਔਰਤ ਵਿੱਚ ਵੱਡੇ ਹੁੰਦੇ ਨੇ, ਕੁਝ ਹਿੱਸੇ ਮਰਦ ਵਿੱਚ ਵੱਡੇ ਹੁੰਦੇ ਨੇ। ਇਸ ਤਰ੍ਹਾਂ ਇਹਦਾ ਕੋਈ ਬੜਾ ਡੂੰਘਾ ਮਕਸਦ ਰੱਖਿਆ ਗਿਆ ਸੀ। ਕਾਰਨ ਦੱਸਦੀ ਹਾਂ ਕਿ ਔਰਤ ਵਿੱਚ ਇੱਕ ਮੈਂ ਇਹ ਬਿਲਕੁਲ ਸਾਇੰਟੀਫਿਕ ਫੈਕਟਸ ਦੱਸ ਰਹੀ ਹਾਂ ਕਿ ਉਹ ਹਿੱਸਾ ਜਿਹੜਾ ਸੋਚ ਸਮਝ ਕੇ ਗੱਲ ਕਰਨੀ, ਉਹ ਥੋੜਾ ਜਿਹਾ ਹਿੱਸਾ ਔਰਤ ਦੇ ਵਿੱਚ ਵੱਡਾ ਜੇ ਦਿਮਾਗ ਅੰਦਰ, ਜਿੱਥੇ ਇੱਕਦਮ ਫੈਸਲੇ ਲੈਣੇ ਜਾਂ ਇੱਕਦਮ ਕੋਈ ਭਾਵੇਂ ਉਹ ਆਰ ਜਾਂ ਪਾਰ ਦੀ ਜੰਗ ਜਾਂ ਇੱਕਦਮ ਭੜਕ ਜਾਣਾ ਜਾਂ ਇਸ ਤਰ੍ਹਾਂ ਦੀ ਜੋ ਦਿਮਾਗ ਦਾ ਹਿੱਸਾ, ਉਹ ਕੁਦਰਤ ਨੇ ਮਰਦ ਦੇ ਵਿੱਚ ਵੱਡਾ ਹਿੱਸਾ ਦਿੱਤਾ ਹੋਇਆ ਜੀ। ਉਹਦਾ ਨਤੀਜਾ ਕੁਛ ਇਸ ਤਰੀਕੇ ਹੁੰਦਾ ਸੀ ਕਿ ਉਹ ਗਰਮ ਖਿਆਲੀ ਹੋਣ ਕਾਰਨ ਜਾਂ ਛੇਤੀ ਇੱਕਦਮ ਆਰ ਜਾਂ ਪਾਰ ਦੀ ਜੰਗ ਕਾਰਨ ਉਹ ਬਹੁਤੇ ਜੰਗਾਂ ਵਿੱਚ ਲੜਨ ਜਾਂਦੇ ਰਹੇ ਬਹੁਤੀ ਵਾਰ। ਯਾਨੀ ਉਹਨਾਂ ਨੂੰ ਗਿਣਿਆ ਗਿਆ ਕਿ ਇਹ ਆਰ ਜਾਂ ਪਾਰ ਦੀ ਜਾਨ ਦੀ ਬਾਜ਼ੀ ਲਾਉਣ ਵਾਲੇ ਨੇ, ਜਦਕਿ ਔਰਤ ਹੁਣ ਉਹ ਦੁਚਿੱਤੀ ਭਾਵੇਂ ਗਿਣੀ ਜਾਂਦੀ ਸੀ, ਪਰ ਅਸਲ ਵਿੱਚ ਉਹ ਸੋਚ ਸਮਝ ਕੇ ਕੀਤੀ, ਜੁਗਤ ਰਾਹੀਂ ਕੱਢਣ ਦੀ ਉਹ ਗੱਲ ਸੀ, ਜਿਸ ਵਿੱਚ ਔਰਤ ਸ਼ਾਇਦ ਕਈ ਵਾਰ ਕਾਫੀ ਸਮਾਂ ਲੈ ਜਾਂਦੀ, ਜਿਸ ਪਿੱਛੇ ਉਹਨੂੰ ਇਹ ਗਿਣਿਆ ਜਾਂਦਾ ਸੀ ਕਿ ਇਹ ਤਾਂ ਕੁਝ ਕਰਨ ਜੋਗੀ। ਇਹ ਆਮ ਧਾਰਨਾ ਬਣੀ ਸੀ, ਪਰ ਜਦੋਂ ਇਹ ਖੋਜ ਹੋਈ ਬਹੁਤ ਸਾਰੀਆਂ ਲਾਸ਼ਾਂ ਦੇ ਉੱਤੇ ਪੋਸਟਮਾਰਟਮ ਕਰਨ ਬਾਅਦ ਜਿਸ ਤਰੀਕੇ ਇਹ ਖੋਜਾਂ ਸਾਹਮਣੇ ਆਈਆਂ, ਉਹਨਾਂ ਵਿੱਚ ਬੌਧਿਕ ਵਿਕਾਸ ਵਾਲਾ, ਹੁਣ ਤੁਸੀਂ ਸ਼ਾਇਦ ਹੱਸੋ, ਪਰ ਉਹ ਹਿੱਸਾ ਜ਼ਿਆਦਾ ਔਰਤ ਵਿੱਚ ਦਿੱਤਾ ਗਿਆ ਸੀ, ਜਿਸ ਵਿੱਚ ਤੁਸੀਂ ਅੱਜ ਦੇਖਦੇ ਹੋਗੇ ਬਹੁਤ ਸਾਰੀਆਂ ਜਦੋਂ ਗੱਲਾਂ ਕਰਦੇ ਹਾਂ ਅਸੀਂ, ਭਾਵੇਂ ਉਹ ਮੈਰੀ ਕਿਉਰੀ ਵੇਲੇ ਦੇ ਸਮੇਂ ਦੀ, ਉਦੋਂ ਦੀ ਉਹਨਾਂ ਨੇ ਜਿਹਾ ਹੋਵੇ ਅਵਾਰਡ ਤੋਂ ਲੈ ਕੇ ਹੁਣ ਤੱਕ ਵੀ ਕਾਲਜਿਸ, ਸਕੂਲਸ, ਯੂਨੀਵਰਸਿਟੀਜ਼ ਵਿੱਚ ਟੌਪਰ ਆਉਣ ਦਾ ਮਤਲਬ ਹੈ ਉਹ ਨਿੱਠ ਕੇ ਪੜ੍ਹਨ ਦਾ, ਸਮਝਣ ਦਾ ਤੇ ਉਹਨੂੰ ਲਾਗੂ ਕਰਨ ਦਾ ਯਤਨ ਕਰਨ ਵਿੱਚ ਉਹਨਾਂ ਦੀ ਥੋੜਾ ਜਿਹਾ ਯਾਨੀ ਹਿੱਸਾ ਵੱਧ ਦਿੱਤਾ ਗਿਆ। ਹੁਣ ਇਹਦੇ ਵਿੱਚ ਇੱਕ ਔਰਤ ਵਜੋਂ ਜਦੋਂ ਇਹੋ ਜਿਹੀ ਸਿਚੁਏਸ਼ਨ ਚ ਹੋਏ ਇਸ ਸਮਾਜ ਵਿੱਚ, ਜਿੱਥੇ ਮਰਦ ਪ੍ਰਧਾਨ ਸਮਾਜ ਹੈ, ਇਸ ਤੋਂ ਤਾਂ ਇਨਕਾਰੀ ਕੋਈ ਨਹੀਂ, ਇਹਦੇ ਵਿੱਚ ਇੱਕ ਔਰਤ ਵੱਲੋਂ ਕੁਝ ਆਵਾਜ਼ ਚੁੱਕਣੀ ਕਿਸੇ ਵੀ ਪੱਖੋਂ, ਭਾਵੇਂ ਉਹ ਪਤੀ ਜਾਂ ਪਤਨੀ ਦਾ ਰਿਸ਼ਤਾ ਹੋਵੇ, ਜਾਂ ਉਹ ਕਿਸੇ ਵੀ ਹੋਰ ਤਰ੍ਹਾਂ ਦਾ ਪਿਓ ਜਾਂ ਧੀ ਦਾ ਰਿਸ਼ਤਾ ਹੋਵੇ, ਮਾਂ ਤੇ ਪੁੱਤ ਦਾ ਰਿਸ਼ਤਾ ਹੋਵੇ, ਜਾਂ ਪ੍ਰੇਮੀ ਤੇ ਪ੍ਰੇਮਿਕਾ ਦਾ ਰਿਸ਼ਤਾ ਹੋਵੇ, ਇਹਨਾਂ ਸਾਰਿਆਂ ਵਿੱਚ ਔਰਤ ਦਾ ਇੱਕ ਵੱਖ ਉਹਦਾ ਤਰੀਕਾ ਹੁੰਦਾ ਜੇ ਉਹਨੂੰ ਨਿਭਾਉਣ ਦਾ। ਮਿਸਾਲ ਵਜੋਂ ਮੈਂ ਇੱਕ ਪਿਓ ਤੇ ਧੀ ਦੀ ਗੱਲ ਕਰਨਾ ਚਾਹੁੰਦੀ ਹਾਂ, ਜਿੱਥੇ ਧੀ ਇੱਕ ਤਰੀਕੇ ਨਿਛਾਵਰ ਕਰ ਜਾਂਦੀ ਜੇ। ਅਸੀਂ ਬਹੁਤ ਸਾਰੇ ਕੇਸਿਸ ਚ ਦੇਖ ਚੁੱਕੇ ਹਾਂ, ਤੇ ਐਂਡ ਭਾਵੇਂ ਫਰੂਡ ਥਿਓਰੀ ਤੋਂ ਲੈ ਕੇ ਜੋ ਮਰਜ਼ੀ ਇਹਨੂੰ ਬਣਾ ਲਿਓ, ਮਾਂ ਪੁੱਤ ਦਾ ਰਿਸ਼ਤਾ ਇੱਕ ਵੱਖ ਹੁੰਦਾ ਜੇ, ਪਰ ਪਿਓ ਧੀ ਦੇ ਰਿਸ਼ਤੇ ਦੇ ਵਿੱਚ ਧੀ ਨੂੰ ਇੱਕ ਆਪਣੇ ਆਪ ਨੂੰ ਸੰਪੂਰਨ ਰੂਪ ਵਿੱਚ ਪਿਤਾ ਦੇ ਸਮਰਪਿਤ ਕਰ ਦੇਣਾ, ਇਸ ਹੱਦ ਤੱਕ ਤੁਸੀਂ ਬੇਟੀਆਂ ਦੇਖਦੇ ਹੋਵੋਗੇ ਲਿਖਦੀਆਂ ਨੇ ਪਾਪਾਜ਼ ਡਾਟਰ ਜਾਂ ਜੋ ਵੀ ਕੁਛ, ਪਾਪਾਜ਼ ਗਿਫਟ ਜਾਂ ਜੋ ਮਰਜ਼ੀ ਤੋਂ ਲੈ ਕੇ ਅਖੀਰੀ ਦਮ ਤੱਕ, ਜਿੰਨੀ ਅਸੀਂ ਕਰ ਲਈਏ ਮਾਂ ਤੇ ਧੀ ਦੇ ਰਿਸ਼ਤੇ ਨੂੰ, ਪਰ ਜਿੰਨਾ ਉਹ ਪਿਓ ਪ੍ਰਤੀ ਸਮਰਪਿਤ ਇੱਕ ਧੀ ਹੁੰਦੀ ਜੇ, ਉਹ ਵਾਕਈ ਉਹਦਾ ਕੋਈ ਬਿਆਨ ਕਰਨਾ ਵੀ ਔਖਾ ਜੇ, ਕਿਉਂਕਿ ਉਹ ਅਖੀਰੀ ਸਾਹ ਤੱਕ ਗੁਰਦਾ ਦੇਖਣ ਦੇਣਾ, ਮੈਂ ਖੂਨ ਦੇਣਾ ਵੀ ਕਰਨਾ, ਉਹਨੇ ਪਿਓ ਨੂੰ ਪਹਿਲ ਦੇਣੀ ਆ ਆਪਣੇ ਪਤੀ ਦੇ ਉੱਪਰੋਂ ਵੀ। ਇਹ ਉਹ ਇਸ ਤਰੀਕੇ ਦਾ ਰਿਸ਼ਤਾ ਗੰਢਦੀ ਜੇ। ਹੁਣ ਜਦੋਂ ਜੇ ਇਹੀ ਪ੍ਰੇਮੀ ਜਾਂ ਪ੍ਰੇਮਿਕਾ ਦਾ, ਜਿਹੜੀ ਤੁਸੀਂ ਖਾਸ ਤੌਰ ਤੇ ਗੱਲ ਪੁੱਛੀ,
ਔਰਤ, ਮੈਂ ਇਹ ਨਹੀਂ ਕਹਿਣਾ ਚਾਹੁੰਦੀ ਕਿ ਹਮੇਸ਼ਾ ਹੀ ਔਰਤ ਇੱਕ ਵਧੀਆ ਜਾਂ ਡੂੰਘਾ ਰਿਸ਼ਤਾ ਗੰਢਣ ਦੀ ਕੋਸ਼ਿਸ਼ ਕਰਦੀ ਹੈ ਜਾਂ ਛੇਤੀ ਉਹਦੇ ਲਈ ਇੱਕ ਰਿਸ਼ਤੇ ਨੂੰ ਤੋੜ ਕੇ ਦੂਜੇ ਵੱਲ ਵਧਣਾ ਉਹ ਥੋੜਾ ਜਿਹਾ ਰਤਕ ਔਖਾ ਹੁੰਦਾ ਜੇ ਇੱਕ ਮਰਦ ਨਾਲੋਂ, ਜਿਹੜਾ ਛੇਤੀ ਉਸ ਚੀਜ਼ ਨੂੰ ਭੁਲਾ ਕੇ ਇੱਕ ਦੂਸਰੇ ਰਿਸ਼ਤੇ ਵਿੱਚ ਆਪਣੇ ਆਪ ਨੂੰ ਜੋੜ ਸਕਦਾ ਹੈ, ਜਾਂ ਤੀਸਰੇ ਚ ਜਾਂ ਚੌਥੇ ਚ ਜਾਂ 3 ਵਿਆਹ ਕਰਨੇ ਜਾਂ 7 ਵਿਆਹ ਕਰਨ ਤੱਕ ਜੋ ਵੀ ਇਹ ਰਿਸ਼ਤੇ ਨੇ, ਇੱਕ ਮਰਦ ਲਈ ਥੋੜਾ ਜਿਹਾ ਸੁਖਾਲਾ ਹੁੰਦਾ ਜੀ, ਔਰਤ ਲਈ ਬਹੁਤ ਔਖਾ ਹੈ। ਔਰਤ ਲਈ ਇਹ ਬਹੁਤ ਔਖਾ ਹੁੰਦਾ ਜੇ, ਕਿਉਂਕਿ ਉਹਦੇ ਦਿਮਾਗ ਦਾ ਉਹ ਹਿੱਸਾ ਜਿਹੜਾ ਰਿਸ਼ਤੇ ਗੰਢਣ ਵਾਲਾ ਜੇ, ਉਹ ਇੱਕ ਸਦੀਵੀ ਤਰੀਕੇ ਦੀ ਗੰਢ ਬਣਦਾ ਜੇ, ਜਿਸ ਸਦਕਾ ਔਰਤ ਲਈ ਇਹ ਕਹਿਣਾ ਕਿ 7 ਜਨਮਾਂ ਤੱਕ ਉਸੇ ਨਾਲ ਹੀ ਰਹਿਣਾ, ਜਾਂ ਜ਼ੁਲਮ ਜਾਂ ਘਰੇਲੂ ਹਿੰਸਾ ਸਹਿੰਦਿਆਂ ਵੀ ਉਹਦੇ ਨਾਲ ਜੁੜੇ ਰਹਿਣਾ, ਜਾਂ ਇਸ ਹੱਦ ਤੱਕ ਕਿ ਜੇ ਉਹ ਤੋੜ ਵੀ ਗਈ ਰਿਸ਼ਤਾ ਤਾਂ ਕਿਤੇ ਨਾ ਕਿਤੇ ਉਹ ਜ਼ਿੰਦਗੀ ਵਿੱਚ ਉਹਦਾ ਫਿਰ ਜ਼ਿਕਰ ਕਰਨਾ, ਉਹਦਾ ਯਾਦ ਰੱਖਣੀ, ਉਹਦੀ ਚੀਜ਼ ਦਿੱਤੀ ਸਾਂਭ ਕੇ ਰੱਖਣੀ, ਇਹ ਚੀਜ਼ਾਂ ਕੁਝ ਫਰਕ ਨੇ ਔਰਤ ਮਰਦ ਦੇ ਰਿਸ਼ਤੇ 'ਚ। ਹੁਣ ਇਹ ਰਿਸ਼ਤਾ ਖਾਸ ਤੌਰ ਤੇ ਤੁਸੀਂ ਮੈਨੂੰ ਜ਼ਿਕਰ ਕੀਤਾ ਦੀਪ ਸਿੱਧੂ ਵਾਲਾ, ਜੇ ਇਹ ਸਾਰੀਆਂ ਚੀਜ਼ਾਂ ਲਈਏ ਜਿਸ 'ਚ ਅਗਰੈਸਿਵਨੈਸ ਵੀ ਔਰਤ ਵਿੱਚ ਕੁਝ ਉਸ ਪੱਧਰ ਤੱਕ ਨਹੀਂ, ਪਰ ਜਦੋਂ ਇਹ ਇੱਕ ਜਿਵੇਂ ਘੜਾ ਭਰ ਜਾਣ ਦੀ ਗੱਲ ਹੁੰਦੀ ਜੇ, ਮਤਲਬ ਜਿਹਨੂੰ ਧਰਮ 'ਚ ਚੰਡੀ ਦਾ ਰੂਪ ਕਹਿੰਦੇ ਆ ਵੀ ਔਰਤ ਚੰਡੀ ਬਣ ਜਾਂਦੀ ਹੈ, ਮਤਲਬ ਇੱਕ ਵਿਰੰਗ ਲੱਗੀਆਂ ਕਿ ਮਰਦ ਜਿਵੇਂ ਭੜਕ ਕੇ ਇੱਕਦਮ ਆਰਿਆ ਪਾਰ ਵੱਢ ਦਿੱਤਾ, ਮੰਦੀ ਸ਼ਬਦਾਵਲੀ ਬੋਲ ਦਿੱਤੀ ਏ, ਔਰਤ ਮੈਂ ਸ਼ਬਦ ਜੋ ਵਰਤਣ ਲੱਗੀਆਂ ਜਿਹਨੂੰ ਕਹਿੰਦੇ ਨੇ ਕਿ ਯਾਨੀ ਨਾਗਣ ਵਾਂਗ, ਕਿ ਤੁਸੀਂ ਨਾਗਣੀ ਵਾਂਗ ਕਿ ਮੈਂ ਇਹ ਸੱਟ ਤਾਂ ਖਾਧੀ, ਮੈਂ ਬਦਲਾ ਉਸ ਤਰੀਕੇ ਲੈਣਾ ਕਿ ਜਿਹੜਾ ਸਾਹਮਣੇ ਨਾ ਇਸ ਤਰ੍ਹਾਂ ਸਾਹਮਣੇ ਇੱਕਦਮ ਆਰ ਜਾਂ ਪਾਰ ਨਹੀਂ, ਪਰ ਬੰਦੇ ਨੂੰ ਇਸ ਕਦਰ ਤੜਫਾ ਕੇ ਛੱਡ ਦੇਣਾ ਕਿ ਇਹਨੂੰ ਹੁਣ ਛੱਡਣਾ ਹੀ ਨਹੀਂ, ਯਾਨੀ ਉਹ ਇੰਨੀ ਕੁ ਜ਼ਹਿਰੀ ਹੋ ਕੇ ਫਿਰ ਵਾਰ ਕਰਦੀ ਜੇ, ਜਿਹੜਾ ਮੈਂ ਤੁਹਾਨੂੰ ਥੋੜੀ ਜਿਹੀ ਮਿਸਾਲ ਦੇਣਾ ਚਾਹਾਂਗੀ ਕਿ ਸਾਨੂੰ ਯਾਦ ਹੋਣਾ ਚਾਹੀਦਾ ਕਿ ਸਾਡੀ ਇੱਕ ਮੈਂਬਰ ਪਾਰਲੀਮੈਂਟ ਵੀ ਬਣੀ ਜਿਸ ਨਲਫਤ ਦਾ ਜ਼ੁਲਮ ਹੋਇਆ ਸੀ, ਮੈਂ ਜਾਣਬੁੱਝ ਕੇ ਨਾਂ ਨਹੀਂ ਲੈ ਰਹੀ, ਪਰ ਸਾਰਿਆਂ ਨੂੰ ਪਤਾ ਹੀ ਹੈ ਉਹਨੇ ਕਿੱਥੋਂ ਤੱਕ ਕਿੰਨਾ ਜ਼ੁਲਮ ਸਿਆ ਤੇ ਫਿਰ ਦੁਨੀਆ 'ਚ ਇੱਕ ਮਤਲਬ ਹੀਰੋ ਦੇ ਤੌਰ ਤੇ ਉੱਭਰੀ, ਬਦਲ ਲਿਆ ਜਿਸ ਤਰੀਕੇ ਉਹ ਉੱਭਰੀ, ਬਿਲਕੁਲ ਇਸੇ ਤਰ੍ਹਾਂ ਜਿਵੇਂ ਤੁਸੀਂ ਸ਼ੁਰੂ 'ਚ ਰਾਣੀ ਝਾਂਸੀ ਦਾ ਨਾਂ ਲਿਆ ਸੀ, ਯਾਨੀ ਜਦੋਂ ਜ਼ੁਲਮ ਅੱਤ ਦਾ ਹੋ ਜਾਏ, ਆਰ ਜਾਂ ਪਾਰ ਦੀ ਜੰਗ ਹੋਵੇ, ਤਾਂ ਉਸ ਸਮੇਂ ਫਿਰ ਔਰਤ ਕੁਝ ਵੱਖ ਕਿਸਮ ਦੀ ਜ਼ਹਿਰੀ ਉੱਭਰਦੀ ਹੈ। ਮੈਂ ਇਹਦਾ ਬਦਲਾ ਲੈਣਾ, ਪਰ ਉਹ ਇਸ ਤਰੀਕੇ ਸ਼ਾਂਤਮਈ ਢੰਗ ਨਾਲ ਆ ਕੇ ਉਹ ਜਿਸ ਤਰੀਕੇ ਦੇ ਅੱਖਰ ਵਰਤੇ ਜਾਂ ਜਿਸ ਤਰੀਕੇ ਦੇ ਉਹਦੇ ਐਕਸ਼ਨਸ ਹੋਣਗੇ ਉਹ ਬਹੁਤ ਵੱਖ ਹੁੰਦੇ ਨੇ। ਜਦੋਂ ਤੱਕ ਰੀਨਾ ਰॉय ਦੀ ਜ਼ਿਕਰ ਕੀਤਾ, ਮੈਂ ਉਸ ਨੂੰ ਜਾਣਦੀ ਨਹੀਂ, ਮੈਂ ਵੀ ਓਨਾ ਕੀ ਸੁਣਿਆ ਵੇਖਿਆ ਜਿੰਨਾ ਕੁ ਤੁਸੀਂ ਸੁਣਿਆ ਵੇਖਿਆ। ਦੇਖੋ, ਜਿਹੜੀ ਗੱਲ ਬਹੁਤ ਉੱਭਰ ਕੇ ਜੋ ਪੜ੍ਹਨ ਸੁਣਨ ਨੂੰ ਮਿਲੀ ਕਿ ਉਹ ਨਾਲ ਉਸ ਸਮੇਂ ਕਿਵੇਂ ਬਚ ਗਈ, ਇਹ ਕੋਈ ਇੰਨਾ ਵੱਡਾ ਚੌੜਾ ਸਵਾਲ ਨਹੀਂ। ਸਾਡੇ ਹੁਣੇ ਅਜੇ ਜਸਟ ਬਹੁਤ ਹੀ ਮਾੜੀ ਘਟਨਾ ਜਿਹੜੀ ਸਿਰਫ ਹੀ 20 ਦਿਨ ਪਹਿਲਾਂ ਵਾਪਰੀ, ਸਾਡੇ 3 ਇੰਟਰਨ ਸੀ MBBS ਕਰ ਚੁੱਕੇ ਹੋਏ ਬੱਚੇ ਵਾਪਸ ਤੇ ਸਨ, ਜਿਨ੍ਹਾਂ ਚੋਂ 2 ਦੀ ਉਸੇ ਥਾਈ ਮੌਤ ਹੋ ਗਈ, ਤੀਜੇ ਨੂੰ ਝਰੀਟ ਵੀ ਨਹੀਂ ਆਈ, ਇੱਕੋ ਹੀ ਕਾਰਨ। ਸੋ ਇਸ ਤਰ੍ਹਾਂ ਦੀ ਘਟਨਾ ਕੋਈ ਇਦਾਂ ਦੀ ਨਹੀਂ ਕਿ ਇਦਾਂ ਦੇ ਹੋ ਜਾਂਦਾ ਹੈ, ਬਿਲਕੁਲ ਉਹ ਬਚ ਕਿਵੇਂ ਗਈ ਵਰਗੀ ਗੱਲ ਨਹੀਂ ਹੁੰਦੀ। ਬੜੀ ਵਾਰ, ਅਨੇਕ ਵਾਰ ਇਸ ਤਰ੍ਹਾਂ ਦੇ ਐਕਸੀਡੈਂਟਸ ਦੇ ਵਿੱਚ ਬਚ ਵੀ ਜਾਂਦੇ ਨੇ ਜਿੱਥੇ ਸਾਰੀ ਕਾਫੀ ਫਨਾਹ ਹੋਈ ਹੋਵੇ। ਹੁਣ ਇਹਦੇ ਵਿੱਚੋਂ ਇੱਕ ਉਹ ਸਮੇਂ ਦਾ ਇੱਕ ਜਦੋਂ ਇਹੋ ਜਿਹਾ ਹਾਦਸਾ ਵਾਪਰਿਆ ਹੋਏ, ਸਾਡਾ ਦਿਮਾਗ ਵੀ ਉਸ ਤਰੀਕੇ ਇੱਕ ਸ਼ਟ ਡਾਊਨ ਵਰਗੀ ਹਾਲਤ 'ਚ ਹੁੰਦਾ, ਜਿਹਨੂੰ ਰਿਸਪੌਂਸ ਕਰਨਾ ਹੀ ਨਹੀਂ ਉਸ ਸਮੇਂ ਆ ਰਿਹਾ ਹੁੰਦਾ ਕਿ ਕੀ ਵਾਪਰਿਆ, ਕੀ ਹੋਇਆ, ਮੈਂ ਕੀ ਸਮਝ ਸਕਾਂ, ਇਹਨੂੰ ਕਿਸ ਤਰੀਕੇ ਦਾ ਮੈਂ ਅੱਗੋਂ ਵਾਪਸ ਮੇਰਾ ਵਰਤਾਰਾ ਹੋਣਾ ਜਾਂ ਕੀ, ਯਾਨੀ ਉਹ ਦਿਮਾਗ ਇੱਕ ਤਰੀਕੇ ਬੰਦ ਹੋ ਜਾਂਦਾ ਜਿਹੜਾ ਏਡੀ ਭਿਆਨਕ ਆਲੇ ਦੁਆਲੇ ਦਾ। ਈਵਨ ਜੇ ਤੁਸੀਂ ਕਿਸੇ ਹੋਰ ਦੀ ਮੌਤ ਹੁੰਦੀ ਸਾਹਮਣੇ ਦੇਖ ਲਵੋ, ਕੋਈ ਮਰਡਰ ਨਾਲ ਦੇ ਹੁੰਦਾ ਪਿਆ ਦੇਖ ਲਓ, ਉਹ ਤੁਹਾਨੂੰ ਇੱਕ ਸ਼ੌਕ ਦੇ ਵਿੱਚ ਸਟੇਟ ਵਿੱਚ ਲੈ ਜਾਂਦਾ ਜਿੱਥੇ ਤੁਹਾਨੂੰ ਨਾਰਮਲ ਤੁਸੀਂ ਹਾਲਤ ਵਿੱਚ ਨਹੀਂ ਹੁੰਦੇ ਕਿ ਤੁਸੀਂ ਜੀ ਮੋਬਾਈਲ ਕਿਉਂ ਦੇਖ ਰਹੇ ਸੀ। ਵਾਰ-ਵਾਰ ਕਹਿ ਰਹੀ ਹੈ ਕਿ ਮੈਂ ਉਸ ਸਮੇਂ ਮੈਨੂੰ ਇਹ ਦੱਸਿਆ ਗਿਆ ਕਿ ਉਹ ਠੀਕ ਹੈ, ਨਾਲ ਇਲਾਜ ਚੱਲ ਰਿਹਾ, ਪਰ ਉਹ ਜਿਸ ਸ਼ੌਕ ਚੋਂ ਕੋਈ ਪਿਆਰ ਕੀਤਾ ਹੋਇਆ ਬੰਦਾ ਨਿਕਲਦਾ। ਮੈਂ ਦੇਖੋ ਕਿਸੇ ਦੀ ਜਸਟੀਫਿਕੇਸ਼ਨ ਨਹੀਂ ਦੇ ਰਹੀ, ਮੈਂ ਇੱਕ ਮੈਡੀਕਲ ਪੱਖੋਂ ਤੱਥ ਸਾਹਮਣੇ ਰੱਖ ਰਹੀ ਹਾਂ। ਉਸ ਸਿਚੁਏਸ਼ਨ ਚੋਂ ਜਦੋਂ ਕੋਈ ਸ਼ੌਕ ਚੋਂ ਬੰਦਾ ਨਿਕਲਦਾ, ਉਹ ਕਦੇ ਵੀ ਆਮ ਬੰਦੇ ਵਾਂਗ ਵਿਹਾਰ ਕਰ ਹੀ ਨਹੀਂ ਸਕਦਾ। ਉਹ ਕਈ ਵਾਰ ਉਲਟ
ਵਿਹਾਰ ਹੋ ਜਾਂਦਾ, ਜਿਵੇਂ ਉਹ ਮੁਸਕਰਾਉਣ ਲੱਗ ਜਾਵੇ, ਹੂੰ ਹੱਸਣ ਲੱਗ ਜਾਵੇ, ਹੂੰ ਜਿਵੇਂ ਉਹ ਪਾਗਲਪਨ ਦੀ ਹੱਦ ਤੱਕ ਤੁਸੀਂ ਉਹ ਪਹੁੰਚ ਜਾਵੋ ਕਿ ਇਹ ਵਾਪਰਿਆ ਕਿਉਂ, ਕੀ ਹੋਇਆ। ਉਹਨੂੰ ਉਸ ਹਾਲਤ ਵਿੱਚ ਆਪਣੇ ਆਪ ਨੂੰ ਐਡਜਸਟ ਕਰਨਾ ਬਹੁਤ ਔਖਾ ਹੁੰਦਾ ਜੀ। ਹੈ। ਤੁਸੀਂ ਡਾਕਟਰ ਹੁਣ ਸਾਹਿਬ ਮੈਡੀਕਲ ਹਲਕਿਆਂ 'ਚ ਵੀ ਜੇ ਥੋੜ੍ਹਾ ਜਿਹਾ ਆਪਾਂ ਇਸ ਪਾਸੇ ਜਾਈਏ, ਜਿਵੇਂ ਹੁਣ ਪੋਸਟਮਾਰਟਮ ਰਿਪੋਰਟ ਹੈ, ਗੱਲ ਚੱਲਦੀ ਹੈ ਕਿਉਂਕਿ ਜੋ ਗੋਲੀ ਵੱਜੀ ਹੈ ਬਰੂਦ ਦੇ ਜਾਂ ਕੁਝ ਅੰਸ਼ ਵੱਖਰੇ ਹੁੰਦੇ ਨੇ, ਤੇ ਇਸ ਦੌਰਾਨ ਪੋਸਟਮਾਰਟਮ ਦੇ ਵਿੱਚ ਜਿਸ ਤਰ੍ਹਾਂ ਪਰਿਵਾਰ ਕਹਿ ਰਿਹਾ ਜਾਂ ਕੁਝ ਲੋਕ ਕਹਿ ਰਹੇ ਨੇ ਕਿ ਗੋਲੀ ਮਾਰੀ ਗਈ ਹੈ, ਫਿਰ ਐਕਸੀਡੈਂਟ ਹੋਇਆ, ਇੱਕ ਰੋਡ ਦਾ ਵੱਜਣਾ ਤੇ ਗੋਲੀ ਦਾ, ਬੜਾ ਮਤਲਬ ਕੀ ਇਹ ਚੀਜ਼ਾਂ ਬੜੇ ਆਰਾਮ ਨਾਲ ਪ੍ਰੂਵ ਨਹੀਂ ਹੋ ਜਾਂਦੀਆਂ, ਪਰ ਮੈਡੀਕਲ ਰਿਪੋਰਟ ਦੇ ਵਿੱਚ ਉਹ ਚੀਜ਼ਾਂ ਆ ਨਹੀਂ ਰਹੀਆਂ ਸਾਹਮਣੇ, ਪੈਰਵਾਈ ਕੋਈ ਨਹੀਂ ਕਰ ਰਿਹਾ, ਪਰ ਇੱਕ ਪਬਲਿਕ ਡੋਮੇਨ ਤੇ ਭੰਬਲ ਭੂਸਾ ਕ੍ਰੀਏਟ ਕੀਤਾ ਜਾ ਰਿਹਾ। ਕੀ ਮੈਡੀਕਲ ਗਰਾਊਂਡ ਤੇ ਉਹਦੇ ਪੋਸਟਮਾਰਟਮ ਦੇ ਵਿੱਚ, ਮੋਰਚਰੀ ਦੇ ਵਿੱਚ, ਆਟੋਪਸੀ ਦੇ ਵਿੱਚ ਉਹ ਚੀਜ਼ਾਂ ਤਾਂ ਕਲੀਅਰ ਹੋ ਜਾਂਦੀਆਂ ਨੇ ਡੈਥ ਕਾਜ਼? ਬਿਲਕੁਲ 100% ਮੈਂ ਤੁਹਾਡੇ ਨਾਲ ਸਹਿਮਤ ਹਾਂ। ਵਕਤ ਵੀ ਤੇ ਸਾਰੀ ਇੱਕ ਇੱਕ ਚੀਜ਼ ਕਿ ਕੀ ਮੌਤ ਦਾ ਕਾਰਨ ਸੀ ਬਿਲਕੁਲ ਸਪਸ਼ਟ ਰੂਪ ਵਿੱਚ ਸਮਝ ਆ ਜਾਂਦਾ ਹੈ। ਪਰ ਇਹਦੇ ਵਿੱਚ ਕਿਉਂ ਲੁਕਾਇਆ ਜਾ ਰਿਹਾ ਹੈ, ਕੀ ਇਹਦੇ ਵਿੱਚ ਡੂੰਘਾ ਕਾਰਨ ਹੈ, ਮੈਂ ਆਪ ਇਹ ਚੀਜ਼ ਦੱਸਣ ਤੋਂ ਸਮਰੱਥ ਹਾਂ, ਕਿਉਂਕਿ ਕਿਸੇ ਤੇ ਉਂਗਲ ਚੁੱਕਾਂ ਤੇ ਫਿਰ ਉਹ ਅਸਲ ਵਿੱਚ ਕੁਝ ਹੋਰ ਨਹੀਂ, ਨਿਕਲੇ। ਆਪਾਂ ਇਨਫੋਰਮੇਸ਼ਨ ਸਾਂਝੀ ਕਰਦੇ ਹਾਂ ਇੱਕ ਮੈਡੀਕਲ ਮਾਹਰ ਦੇ ਤੌਰ ਤੇ ਕਿ ਕੀ ਕੀ ਫੈਕਟ ਨੇ, ਕਿਉਂਕਿ ਇਸ ਪਾਸੇ ਕੋਈ ਗੱਲ ਨਹੀਂ ਕਰ ਰਿਹਾ, ਕਾਰਨ ਇਹ ਸੀਗਾ। ਜੀ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਜੇ ਗੋਲੀ ਵੱਜੀ ਹੋਵੇ ਇਹ ਤਾਂ ਇੱਕ ਸਕਿੰਟ 'ਚ ਹੀ ਪੂਰਾ ਸਪਸ਼ਟ ਹੋ ਜਾਂਦਾ ਕਿ ਉਹਦੇ ਕਾਰਨ ਹੋਏ, ਤੇ ਰੋਡ ਵੱਜੀ ਹੋਣੀ ਕਿਉਂਕਿ ਉਹ ਤਾਂ ਬਿਲਕੁਲ ਹੀ ਵਾਕਿਆ, ਜਾਂ ਫਿਰ ਸਿਰ ਦਾ ਫਿਸਿਆ ਹੋਣਾ, ਜਾਂ ਜਿਸ ਤਰੀਕੇ ਦੇ ਉਹਦਾ ਲੋਹਾ ਜਾਂ ਟੀਨ ਜੋ ਵੀ ਉਹਦੇ ਵਿੱਚ ਗੱਡੀ ਦਾ ਖੁੱਭ ਜਾਣਾ, ਉਹ ਬਿਲਕੁਲ ਹੀ ਵੱਖ ਇੱਕ ਹੋਏਗਾ ਢੰਗ ਤਰੀਕਾ ਉਹਦੇ ਗਏ ਦਾ। ਸੋ ਇਹ ਚੀਜ਼ ਤਾਂ ਮੈਡੀਕਲੀ ਬਹੁਤ ਇਮੀਡੀਏਟਲੀ ਅਪਰੂਵ ਅੱਛਾ, ਕੀਤੀ ਜਾ ਸਕਦੀ। ਸਰਕਾਰਾਂ ਤੇ ਕੁਝ ਦੋਸ਼ ਲੱਗਦੇ ਹੁੰਦੇ ਨੇ। ਨਵਰੀਤ ਡਿਵਡਵਾ ਦਾ ਜਦੋਂ ਬਾਰਡਰ ਤੇ ਕਤਲ ਹੋਇਆ ਸੀ ਪੁਲਿਸ ਦੀ ਗੋਲੀ ਨਾਲ, ਫਿਰ ਮੈਡੀਕਲ ਬੋਰਡ ਬਣਦੇ ਆ ਡਾਕਟਰ ਸਾਹਿਬ ਤੁਹਾਡੇ। ਜੇ ਕਿਸੇ ਪਰਿਵਾਰ ਨੂੰ ਉਜ਼ਰ ਹੋਵੇ ਤਾਂ ਪੈਰਲਰ ਮੈਡੀਕਲ ਡਾਕਟਰ ਜਾਂ ਪਰਿਵਾਰ ਦੇ ਜੀ ਵੀ ਉਸ ਮੈਡੀਕਲ ਪੈਨਲ ਦੇ ਵਿੱਚ ਆ ਸਕਦੇ ਨੇ, ਮੋਰਚਰੀ ਵਾਲੇ 'ਚ ਜਾਂ ਆਟੋਪਸੀ ਵਾਲੇ 'ਚ, ਜਾਂ ਕਿ ਪ੍ਰਾਈਵੇਟ ਇੰਸਟੀਚਿਊਟ ਵੀ ਇਸ ਤਰ੍ਹਾਂ ਮਤਲਬ ਪੋਸਟਮਾਰਟਮ ਕਰਵਾ ਸਕਦੀਆਂ ਨੇ ਇਸ ਤਰ੍ਹਾਂ ਦੇ ਸ਼ੱਕੀ, ਸਾਜ਼ਿਸ਼ੀ, ਡਾਊਟਫੁਲ ਕੇਸ ਦੇ ਵਿੱਚ? ਗਵਰਨਮੈਂਟ ਹਸਪੀਟਲ ਦਾ ਮੈਡੀਕਲ ਜ਼ਰੂਰੀ ਨਹੀਂ, ਪ੍ਰਾਈਵੇਟ ਵੀ ਹੁੰਦੇ ਨੇ। ਦੇਖੋ ਇੱਕ ਗੱਲ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਕਿ ਬਹੁਤ ਕਿਉਂਕਿ ਆਫਟਰ ਆਲ ਡਾਕਟਰ ਉਸੇ ਹੀ ਸਿਸਟਮ ਦਾ ਹਿੱਸਾ ਨੇ ਜਿਹੜਾ ਪੂਰਾ ਪੋਲੀਟੀਕਲ ਕਰਪਸ਼ਨ ਦੇ ਇੱਕ ਤਰੀਕੇ ਦੇ ਵਿੱਚ ਇੱਕ ਹਿੱਸੇ ਹੀ ਨੇ। ਸੋ ਇਹਦੇ ਵਿੱਚ ਵੀ ਬਹੁਤ ਕੁਝ ਈਵਨ ਕੈਮੀਕਲ ਐਗਜ਼ਾਮੀਨਰਸ ਵੱਲੋਂ ਕੀਤੀ ਜਾਣੀ ਗੜਬੜੀ, ਉਹਨਾਂ ਵੱਲੋਂ ਪੈਸੇ ਲਏ ਜਾਣੇ, ਜਾਂ ਰਿਪੋਰਟ ਚੇਂਜ ਹੋ ਜਾਣੀ, ਜਾਂ ਫਿਰ ਜਦੋਂ ਕੋਈ ਐਮਰਜੈਂਸੀ 'ਚ ਦਾਖਲ ਹੋਣਾ ਉਹਦੀਆਂ ਸੱਟਾਂ ਵੱਧ ਜਾਂ ਘੱਟ ਦਿਖਾ ਦੇਣੀ, ਇਹ ਚੀਜ਼ਾਂ ਬਹੁਤ ਆਮ ਜੋ ਕਿ ਖਬਰਾਂ ਵੀ ਛਪ ਚੁੱਕੀਆਂ ਹੁੰਦੀਆਂ ਰਹੀਆਂ। ਇਸੇ ਸਭ ਨੂੰ ਪਾਰਦਰਸ਼ੀ ਕਰਨ ਦੇ ਚੱਕਰ ਵਿੱਚ ਹੁਣ ਜੋ ਪੋਸਟਮਾਰਟਮਸ ਹੁੰਦੇ ਨੇ ਇਹਨਾਂ ਦੀ ਲਾਈਵ ਰਿਕਾਰਡਿੰਗ ਕੀਤੀ ਜਾਂਦੀ ਜੇ, ਸੋ ਦੈਟ ਸਾਰਾ ਕੁਝ ਇੱਕ ਇੱਕ ਚੀਜ਼ ਕਲੀਅਰ ਹੋਵੇ, ਕੋਈ ਇਸ ਤਰੀਕੇ ਦੀ ਗੜਬੜੀ ਨਾ ਕੀਤੀ। ਜਿਸ ਤਰ੍ਹਾਂ ਦੀਪ ਸਿੱਧੂ ਦਾ ਹੋਇਆ, ਕਿ ਉਹਦਾ ਵੀ ਲਾਈਵ ਰਿਕਾਰਡਿੰਗ ਹੋਈ ਹੋਏਗੀ? ਇਹ ਸਾਰੇ ਲਾਗੂ ਹੈ ਇੰਡੀਆ 'ਚ? ਜੀ ਹੁਣ ਇਹ ਸਾਰੇ ਪਾਸੇ ਲਾਈਵ ਰਿਕਾਰਡਿੰਗ ਦੀ ਕਹਿ ਦਿੱਤੀ ਗਈ ਹੈ, ਪਰ ਮੈਂ ਉਹੀ ਗੱਲ ਕਰਨਾ ਚਾਹੁੰਦੀ ਹਾਂ, ਤੇ ਸਭ ਦੇ ਬਾਵਜੂਦ ਹਾਥਰਸ ਵਾਲਾ ਇੰਸੀਡੈਂਟ ਮੇਰਾ ਖਿਆਲ ਹੈ ਕਿਸੇ ਤੋਂ ਲੁਕਿਆ ਨਹੀਂ। ਹਾਂਜੀ, ਹਾਥਰਸ ਵਾਲਾ, ਹਾਂਜੀ। ਜੋ ਵੀ ਢੰਗ ਤਰੀਕਾ ਸਾਡੇ ਸਿਆਸਤਦਾਨਾਂ ਨੂੰ ਸੂਟ ਕਰਦਾ ਹੋਵੇ, ਉਹ ਆਪਣੇ ਹਿਸਾਬ ਨਾਲ ਪੁਲਿਸ ਵਾਲਿਆਂ ਨੂੰ ਵੀ ਮਰੋੜ ਲੈਂਦੇ ਨੇ, ਆਪਣੇ ਹਿਸਾਬ ਨਾਲ ਰਿਪੋਰਟਾਂ ਵੀ ਬਦਲ ਦਿੰਦੇ ਨੇ, ਆਪਣੇ ਹਿਸਾਬ ਨਾਲ ਡਾਕਟਰਾਂ ਨੂੰ ਧਮਕਾ ਵੀ ਲੈਂਦੇ ਨੇ। ਯਾਨੀ ਇਹ ਸਭ ਕੁਝ ਇੱਕ ਰੁਤਬੇ ਨਾਲ ਜਾਂ ਫਿਰ ਅਹੁਦੇ ਨਾਲ ਜਾਂ ਫਿਰ ਪੈਸੇ ਦੇ ਜ਼ੋਰ ਨਾਲ ਜਾਂ ਫਿਰ ਜ਼ਬਰ ਨਾਲ ਇਹ ਤਬਦੀਲ ਕਰਨਾ ਹੁਣ ਕੋਈ ਐਡੀ ਵੱਡੀ ਗੱਲ ਨਹੀਂ ਰਹੀ। ਹਾਲਾਂਕਿ ਤੁਸੀਂ ਮੇਰੇ ਤੋਂ ਬਹੁਤ ਅੰਦਰਲੀ ਗੱਲ ਕਢਵਾ ਰਹੇ ਹੋ, ਪਰ ਇਹ ਸੱਚ ਹੈ ਜੋ ਬਹੁਤ ਵਾਰ ਸਾਹਮਣੇ ਆ ਚੁੱਕਿਆ ਹੋਇਆ ਜੀ। ਪ੍ਰਾਈਵੇਟ ਡਾਕਟਰ ਸਾਹਿਬ, ਕੀ ਪ੍ਰਾਈਵੇਟ ਇੰਸਟੀਚਿਊਟ ਜਾਂ ਪਰਿਵਾਰਕ ਜੀ ਆਪਣੇ ਤੌਰ ਤੇ ਕਿਸੇ ਮੈਡੀਕਲ ਜਿਹੜੀਆਂ ਰਿਕੋਗਨਾਈਜ਼ਡ ਸੰਸਥਾਵਾਂ ਨੇ ਉਹਨਾਂ ਤੋਂ ਵੀ ਪੋਸਟਮਾਰਟਮ ਪੈਰਲਰ ਕਰਵਾ ਸਕਦੇ ਆ? ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕੋਈ ਸ਼ੱਕ ਹੋਵੇ, ਉਹ ਕੋਰਟ ਵਿੱਚ ਜਾ ਕੇ ਇਸ ਤਰੀਕੇ ਦਾ ਕਿ ਮੈਂ ਇਹ ਦੁਬਾਰਾ ਫਲਾਣੀ ਸੰਸਥਾ ਤੋਂ, ਜਾਂ ਜਿਵੇਂ ਮੇਰਾ ਇੱਥੇ ਹੋਇਆ ਮੈਂ ਚਾਹੁੰਦਾ ਹੁਣ ਏਮਸ ਤੋਂ ਹੋਵੇ ਜਾਂ ਫਲਾਣੇ ਡਾਕਟਰਾਂ ਦੀ ਟੀਮ ਰਾਹੀਂ ਕਰਵਾਇਆ ਜਾਵੇ, ਇਸ ਤਰੀਕੇ ਬਿਲਕੁਲ ਉਹ ਜਾ ਕੇ ਜਾਇਜ਼ ਹੈ ਕਿ ਉਹ ਆਪਣੇ ਮਰਜ਼ੀ ਨਾਲ ਇਹਦੇ ਵਿੱਚ ਕਰਵਾ ਸਕਦੇ ਨੇ। ਜੇ ਉਹਨਾਂ ਨੂੰ ਪਾਰਦਰਸ਼ਤਾ ਜਾਂ ਸੱਚ ਜ਼ਿਆਦਾ ਸਾਹਮਣੇ ਆ ਜਾਂਦਾ ਹੈ ਨਾ। ਬਿਲਕੁਲ ਇਹ ਕਰਵਾਇਆ, ਅੱਗੇ ਵੀ ਕਰਵਾਇਆ ਗਿਆ ਹੋਇਆ ਤੇ ਇਹ ਹੋ ਵੀ ਸਕਦਾ ਕੋਈ ਕਰਵਾ ਜੀ। ਪਰ ਗੱਲ ਹੁੰਦੀ ਜੇ ਕਿ ਉਹ ਸਮਾਂ ਜ਼ਰਾ ਸੋਚ ਕੇ ਵੇਖੋ, ਕਿਸੇ ਵੀ ਟੱਬਰ ਲਈ ਜਵਾਨ ਪੁੱਤ ਇੱਕਦਮ ਮਿੰਟਾਂ ਵਿੱਚ ਤੁਰ ਜਾਏ, ਉਦੋਂ
ਉਸ ਹਾਲਤ ਵਿੱਚ ਟੱਬਰ ਨਹੀਂ ਹਾਂ, ਹੁੰਦਾ, ਪਰ ਸਮਝ ਪੋਲੀਟੀਕਲ ਲੋਕਾਂ ਦੀ ਤਾਂ ਡਾਕਟਰ ਸਾਹਿਬ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਸਿਆਸਤ ਜਿਸ ਤਰ੍ਹਾਂ ਦੀਪ ਸਿੱਧੂ ਤੇ ਹੋ ਰਹੀ ਹੈ, ਸਾਰੀਆਂ ਧਿਰਾਂ ਨੂੰ ਇਹ ਚਾਹੀਦਾ ਸੀ ਕਿ ਬੜਾ ਸੈਂਸਿਟਿਵ ਕੇਸ ਸੀ। ਨਵਰੀਤ ਡਿਵਡਵਾ ਦਾ ਜਦੋਂ ਬਾਰਡਰ ਤੇ ਗੋਲੀ ਵੱਜੀ, ਉੱਥੇ ਉਹ ਪਰਿਵਾਰ ਨੇ ਕੀਤਾ, ਯੂਪੀ ਦੇ ਵਿੱਚ ਜਿਹੜਾ ਪੈਰਲਰ ਮੈਡੀਕਲ ਜਾਂਚ ਹੋਈ, ਪਰਿਵਾਰ ਦੇ ਮੈਂਬਰ ਨਾਲ ਖੜਾਏ ਗਏ ਤੇ ਉਹਨਾਂ ਦੀ ਤਸੱਲੀ ਤੋਂ ਬਾਅਦ ਫਿਰ ਉਹ ਸੈਟੀਸਫਾਈ ਹੋਏ ਕਿ ਪੁਲਿਸ ਗੋਲੀ ਨਾਲ ਮੌਤ ਹੋਈ। ਖੈਰ ਡਾਕਟਰ ਸਾਹਿਬ ਜਾਂਦੇ ਜਾਂਦੇ ਥੋੜ੍ਹਾ ਜਿਹਾ ਹੁਣ ਉਸ NRI ਬੱਚੀ ਰੀਨਾ ਰਾਏ ਉਹ ਆਈ ਹੈ, ਹਿਊਮਨ ਵਿਵਹਾਰ ਤੋਂ, ਮਨੁੱਖੀ ਵਿਵਹਾਰ ਤੋਂ ਕੀ ਕੁਝ ਸਮਝਦੇ ਹੋ? ਜੇ ਸਾਡੇ ਲੋਕਾਂ ਦਾ ਜਿਹੜਾ, ਜਿਸ ਤਰ੍ਹਾਂ ਤੁਸੀਂ ਦੱਸਿਆ, ਬੱਚੇ ਅਗਰੈਸਿਵ ਹੋ ਰਹੇ ਨੇ, ਬੜੀ ਪ੍ਰੋਬਲਮ ਹੈ। ਅਸੀਂ ਪੰਜਾਬੀ ਏਜੰਸੀਆਂ ਕਰਦੀਆਂ ਨੇ, IT ਸੈੱਲ ਕਰਦੇ ਨੇ, ਪਤਾ ਨਹੀਂ ਕੌਣ ਕਰਦੇ ਨੇ, ਪਰ ਆਮ ਬੱਚਿਆਂ ਦੇ ਵਿੱਚ, ਆਮ ਜਨਰੇਸ਼ਨ ਦੇ ਵਿੱਚ ਇਸ ਤਰ੍ਹਾਂ ਦੇ ਸੋਸ਼ਲ ਸਾਈਟਸ 'ਤੇ ਉਸ ਚੀਜ਼ ਨੂੰ ਹੁੰਦਿਆਂ ਵੇਖ ਕੇ ਤੁਹਾਡੇ ਸਟੂਡੈਂਟ ਵੀ ਤੁਹਾਡੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਪੁੱਛਦੇ ਹੋਣਗੇ, ਤੁਹਾਡੇ ਕੁਲੀਗ ਡਾਕਟਰ ਵੀ ਤੁਸੀਂ ਡਿਸਕਸ ਕਰਦੇ ਹੋਵੋਗੇ। ਸਮਾਜ ਦਾ ਇਹ ਜਿਹੜਾ ਵਰਗ ਹੈ ਤੁਹਾਡਾ, ਬੜਾ ਵਿਦਵਾਨ ਲੋਕਾਂ ਦਾ ਵਰਗ ਹੈ, ਇਹ ਕੀ ਮਹਿਸੂਸ ਕਰਦਾ ਜੋ ਰੀਨਾ ਦੇ ਜਾਂ ਇਸ ਮਸਲੇ ਨੂੰ ਲੈ ਕੇ, ਜਾਂ ਪੰਜਾਬ ਦੀ ਮੌਜੂਦਾ ਸਿਆਸਤ ਨੂੰ, ਕਿ ਬੱਚੇ ਕਿਸ ਪਾਸੇ ਨੂੰ ਜਾ ਰਹੇ ਨੇ? ਕੋਈ ਹਿੰਦੁਸਤਾਨ ਬਣਾਉਣ ਦੀ ਕੋਸ਼ਿਸ਼ ਹੈ, ਕੋਈ ਪਾਕਿਸਤਾਨ, ਕੋਈ ਖਾਲਿਸਤਾਨ, ਪਰ ਇਨਸਾਨਿਸਤਾਨ ਦੀ ਕੋਈ ਗੱਲ ਨਹੀਂ ਹੋ ਰਹੀ। ਕੀ ਵੇਖਦੇ ਹੋ ਸਾਰੇ ਵਰਤਾਰੇ ਬਾਰੇ? ਸਾਡੀ ਪੰਜਾਬੀ ਜਵਾਨੀ ਕਿਸ ਪਾਸੇ ਨੂੰ ਜਾ ਰਹੀ ਹੈ? ਜੀ ਦੇਖੋ, ਆਪਾਂ ਤਾੜੀ ਕਦੇ ਹੱਥ ਨਾਲ ਵੱਜਦੀ ਨਹੀਂ। ਮੈਂ ਕਹਾਂ ਕਿ ਉਸ ਬੇਟੀ ਵੱਲੋਂ ਕੋਈ ਵੀ ਸ਼ਬਦ ਮਾੜਾ ਨਹੀਂ ਬੋਲਿਆ ਗਿਆ, ਇਹ ਵੀ ਮੇਰੇ ਵਾਲੇ ਪੱਖੋਂ ਗਲਤ ਹੋਏਗਾ ਜੇ ਮੈਂ ਉਹਨੂੰ 100% ਨੰਬਰ ਦੇਵਾਂ ਕਿ ਹਰ ਪਾਸ। ਸ਼ਬਦਾਂ ਦੀ ਚੋਣ ਬਹੁਤ ਜ਼ਰੂਰੀ ਹੁੰਦੀ ਜੇ, ਖਾਸ ਤੌਰ ਤੇ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਹੋ। ਕਿਸੇ ਵੀ ਵੱਲ ਉਂਗਲ ਚੁੱਕਣ ਨਾਲ 4 ਉਂਗਲਾਂ ਤੁਹਾਡੇ ਵੱਲ ਜ਼ਰੂਰ ਆਉਂਦੀਆਂ ਨੇ। ਸਵਾਲ ਜਿਵੇਂ ਤੁਹਾਡੇ ਮਨ ਵਿੱਚ ਉੱਠਦਾ ਹੋਏਗਾ, ਮੇਰੇ ਵੀ ਮਨ ਵਿੱਚ ਬਹੁਤ ਡੂੰਘਾ ਉੱਠਦਾ ਜੇ ਕਿ ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ ਵਿੱਚੋਂ ਵੀ ਭਾਵੇਂ ਲੰਘਿਆ ਹੋਵੇ ਕੋਈ 1 ਸਾਲ ਤੱਕ ਕਿਉਂ ਪਰੇ ਰਿਹਾ, ਕਿਉਂ ਇਹ ਆਵਾਜ਼ ਪਹਿਲਾਂ ਨਹੀਂ ਚੁੱਕੀ ਗਈ, ਤੇ ਆ ਕੇ ਜਿਸ ਤਰੀਕੇ ਦਾ ਯਾਨੀ ਵਿਹਾਰ, ਜਾਂ ਜਿਸ ਤਰੀਕੇ ਦਾ ਦੂਸਰੇ ਤੇ ਉਂਗਲ ਚੁੱਕਣਾ, ਜਿਸ ਤਰੀਕੇ ਉਹਦਾ ਫੋਨ ਆਪਣੇ ਕੋਲ ਰੱਖਣਾ, ਉਹਦੀ ਫੇਸਬੁੱਕ ਸਾਈਟ ਸਾਰੀ ਕੰਟਰੋਲ ਕਰਨੀ ਸ਼ੁਰੂ ਕਰ ਦੇਣੀ, ਇਹ ਉਹਨਾਂ ਦੇ ਨਾਲ ਉਹ ਨਿੱਘਾ ਰਿਸ਼ਤਾ ਨਾ ਰੱਖਣਾ। ਕਿਉਂਕਿ ਜਦੋਂ ਤੁਸੀਂ ਕਿਸੇ ਇੱਕ ਬੰਦੇ ਪ੍ਰਤੀ ਸਮਰਪਿਤ ਹੁੰਦੇ ਹੋ, ਤੁਸੀਂ ਉਸ ਟੱਬਰ ਨਾਲ ਵੀ ਪੂਰੀ ਓਨੀ ਹੀ ਡੂੰਘੀ ਦੇਖੋ ਨਾ, ਇੱਕ ਸਾਂਝ ਗੰਢ ਲੈਂਦੇ ਹੋ। ਕੋਈ ਰਿਸ਼ਤਾ ਇੱਕ ਬੰਦੇ ਨਾਲ ਨਹੀਂ ਹੁੰਦਾ, ਟੱਬਰ ਨਾਲ ਹੁੰਦਾ। ਤੇ ਕੀ ਉਸ ਟੱਬਰ ਨੂੰ ਪੂਰੀ ਇੱਜ਼ਤ ਦਿੱਤੀ ਜਾ ਰਹੀ? ਜੇ ਤੁਸੀਂ ਇੰਨੇ ਡੂੰਘੇ ਕਿਸੇ ਨਾਲ ਜੁੜੇ ਸੀ ਤਾਂ ਕੀ ਉਹ ਰਾਬਤਾ ਸਹੀ ਰਿਹਾ? ਸੋ ਇਹ ਪੱਖ ਸ਼ਾਇਦ ਅਸੀਂ ਅਣਦੇਖਾ ਕਰ ਰਹੇ ਹਾਂ, ਤੇ ਉਹਦਾ ਨਤੀਜਾ ਜਦੋਂ ਤੁਸੀਂ ਕਿਸੇ ਤੇ ਵੀ ਕੋਈ ਇੱਕ ਵੀ ਹਰਫ ਮਾੜਾ ਚੁੱਕਦੇ ਹੋ ਤਾਂ ਫਿਰ ਉਹਦੇ ਵਿਰੋਧ ਹੋਣਾ ਲਾਜ਼ਮੀ ਹੁੰਦਾ ਜੇ। ਪਰ ਉਸ ਵਿਰੋਧ ਵਿੱਚ ਜੇ ਅਸੀਂ ਸ਼ਬਦਾਵਲੀ ਆਪਣੀ ਨਾ ਸਹੀ ਰੱਖੀਏ, ਕਿ ਅਸੀਂ ਆਪਣਾ ਕਿਰਦਾਰ ਸਾਹਮਣੇ ਰੱਖਦੇ ਹਾਂ। ਮੈਂ ਤੁਹਾਡੇ ਨਾਲ ਤਾਂ ਜੀ 200% ਸਹਿਮਤ ਹਾਂ। ਸਾਡੀ ਐਜੂਕੇਸ਼ਨ ਤੇ ਲਿਟਰੇਸੀ 'ਚ ਬਹੁਤ ਫਰਕ ਹੈ। ਅਸੀਂ ਰੱਟੇ ਦਵਾ ਰਹੇ ਹਾਂ, ਕਿਤਾਬਾਂ ਪੜ੍ਹ ਲਓ, ਅਗਾਂਹ ਲੰਘ, ਪਰ ਜਿਹੜਾ ਗਿਆਨ ਉਹ ਹੈ ਨਹੀਂ, ਮਨਫੀ ਜੇ। ਕਿ ਉਹ ਸਿੱਖਿਆ ਕੀ ਅਸੀਂ ਡਰਾਮਾ ਸਾਡੇ ਅੰਦਰ ਰਹਿ ਗਿਆ? ਕਿ ਅਸੀਂ ਇੱਕ ਵੀ ਪਲ ਸੋਚਦੇ ਹਾਂ ਬੋਲਣ ਤੋਂ ਪਹਿਲਾਂ ਕਿ ਇਹਦਾ ਕੀ ਵਾਪਸ ਸਾਨੂੰ ਇਹਦਾ ਅਸਰ ਪਏਗਾ? ਜਾਂ ਜਿਸ ਤਰੀਕੇ ਦਾ ਅਸੀਂ ਤਣਾਅ ਅੱਜ ਦੇ ਦਿਨ ਲੈ ਕੇ ਬੈਠੇ ਹਾਂ, ਕਿ ਉਹ ਤਣਾਅ ਨੂੰ ਸਾਨੂੰ ਜਰਨ ਦਾ ਢੰਗ ਆ ਗਿਆ ਕਿ ਉਹ ਸਾਰੇ ਦਾ ਸਾਰਾ ਸਿਰਫ ਮੂੰਹ ਰਾਹੀਂ ਜਾਂ ਜੀਭ ਵਰਤ ਕੇ ਹੀ ਕੱਢਣਾ ਜੇ। ਅਸੀਂ ਤਣਾਅ ਨੂੰ ਕਿਸੇ ਹੋਰ ਤਰੀਕੇ ਆਪਣੇ ਅੰਦਰਲੇ ਮਨ ਨੂੰ ਸ਼ਾਂਤ ਕਰਨ ਦਾ ਢੰਗ ਹੀ ਨਹੀਂ ਸਿੱਖ ਸਕੇ। ਤੇ ਫਿਰ ਇਹਦੇ ਵਿੱਚ ਜਿਸ ਤਰੀਕੇ ਦੀ ਐਗਰੈਸ਼ਨ ਸਾਡੇ 'ਚ ਇਸ ਵੇਲੇ ਸਾਡੇ ਨੌਜਵਾਨਾਂ 'ਚ ਦਿਖ ਰਹੀ ਜੇ, ਬੇਚੈਨੀ ਦਿਖ ਰਹੀ ਜੇ, ਉਹ ਸਾਰੇ ਦਾ ਅਸਰ ਹੀ ਇੱਥੇ ਪੈ ਰਿਹਾ ਜੇ ਕਿ ਉਹਨਾਂ ਨੂੰ ਲੱਗਦਾ ਕਿ ਸਾਰੇ ਦਾ ਸਾਰਾ ਕੋਈ ਜ਼ਰੀਆ, ਕੋਈ ਰਾਹ ਲੱਭੇ, ਭਾਵੇਂ ਉਹ ਸੜਕ ਤੇ ਲੰਘਦੇ ਲੱਭ ਜਾਏ। ਜਿਸ ਪਾਸੇ ਨੂੰ ਸਾਰਾ ਸਿਲਸਿਲਾ ਪੰਜਾਬ ਦਾ ਡਾਕਟਰ ਸਾਹਿਬ ਜਾ ਰਿਹਾ, ਕਿਤੇ ਗੈਂਗਸਟਰ, ਕਿਤੇ ਡਰੱਗੀ, ਤੇ ਕਿਤੇ ਵੱਖਰੇ ਮੁਲਕ, ਇੱਕ ਪਾਸੇ ਹਿੰਦੁਸਤਾਨ ਬਣਾਉਣ ਵਾਲੇ ਲੱਗੇ ਨੇ, ਦੂਸਰੇ ਪਾਸੇ ਪਾਕਿਸਤਾਨ ਵਾਲੇ, ਇੱਧਰ ਖਾਲਿਸਤਾਨ ਵਾਲੇ। ਇਹ ਜਿਹੜਾ ਖੇਤਰੀ ਵੰਡ ਹੈ, ਲੋਕ ਸੋਚਦੇ ਨੇ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਸ਼ਾਇਦ ਹਿੰਦੁਸਤਾਨ ਹੈ, ਸਾਰੀਆਂ ਸਮੱਸਿਆਵਾਂ ਦਾ ਇੱਕੋ ਹੱਲ ਖਾਲਿਸਤਾਨ ਹੈ, ਸਾਰੀਆਂ ਸਮੱਸਿਆਵਾਂ ਦਾ ਇੱਕੋ ਹੱਲ ਪਾਕਿਸਤਾਨ ਵਾਲੇ ਸੋਚਦੇ ਸੀ। ਪਰ ਪਾਕਿਸਤਾਨ 'ਚ ਹੋ ਕੀ ਰਿਹਾ ਸਾਡੇ ਸਾਹਮਣੇ ਹੈ, ਸੀਰੀਆ 'ਚ ਕੀ ਹੋ ਰਿਹਾ ਸਾਡੇ ਸਾਹਮਣੇ ਹੈ। ਇਸ ਤਰ੍ਹਾਂ ਕਿਤੇ ਨਾ ਕਿਤੇ ਇਸ ਡਿਪਰੈਸ਼ਨ 'ਚੋਂ ਇੱਕ ਸੁਪਨਾ ਸਿਰਜਿਆ ਜਾ ਰਿਹਾ ਜਾਂ ਦਿਖਾਇਆ ਜਾ ਰਿਹਾ। ਇੱਕ ਹੋਰ ਪੁਆਇੰਟ ਮੈਂ ਜਾਂਦੇ ਜਾਂਦੇ, ਸਮਾਂ ਥੋੜ੍ਹਾ, ਜਾਣਕਾਰੀਆਂ ਬਹੁਤੀਆਂ ਲੈਣਾ ਚਾਹੁੰਦਾ, ਇੱਕ ਝੂਠ ਫੜਨ ਦਾ ਟੈਸਟ ਵੀ ਕੀਤਾ ਜਾਂਦਾ ਕਿਸੇ ਵੀ ਵਿਅਕਤੀ ਦੇ। ਮੈਡੀਕਲ ਆਧਾਰ 'ਤੇ ਉਹ ਟੈਸਟ ਕਿੰਨੇ ਕੁ ਇਸ ਤਰ੍ਹਾਂ ਦੇ ਮਾਮਲਿਆਂ 'ਚ ਸਹੀ ਹੁੰਦੇ ਨੇ? 2 ਸਵਾਲ ਜਾਂਦੇ ਜਾਂਦੇ ਬਸ ਪਲੀਜ਼ ਸਮਾਪਤੀ ਕਰਾਂਗੇ ਫਿਰ। ਤੁਹਾਨੂੰ ਆਪਣੇ ਮਨ ਨੂੰ ਕਾਬੂ ਕਰਨਾ ਆ ਜਾਵੇ ਨਾ, ਫਿਰ ਇਹੋ ਜਿਹੇ ਟੈਸਟ ਤੁਸੀਂ ਆਰਾਮ ਨਾਲ
ਪਾਸ ਕਰ ਜਾਂਦੇ ਸਕਦੇ ਹੋ। ਓਕੇ। ਹੈ ਨਾ। ਮਸ਼ੀਨ ਨੂੰ ਤੁਸੀਂ ਆਪਣੀ ਕਿੰਨੇ ਕੁ ਸਹਿਜ ਢੰਗ ਨਾਲ ਉਹਨੂੰ ਜਾਨੀ ਉਹਨੂੰ ਗੋਲ ਮੋਲ ਘੁਮਾ ਸਕਦੇ ਹੋ। ਤੁਸੀਂ ਇਹੋ ਜਿਹੇ ਜਿਹੜੇ ਹੂੰ ਟੈਸਟ ਉਹਨਾਂ ਚੋਂ ਸਹੀ ਨਿਕਲ ਸਕਦੇ ਹੋ। ਪਰ ਮੈਂ ਹੂੰ ਤੁਹਾਡੀ ਗੱਲ ਜ਼ਰੂਰ ਦਾ ਜਵਾਬ ਦੇਣਾ ਚਾਹੁੰਦੀ ਹਾਂ। ਹੂੰ ਅਸਲ 'ਚ ਅਸੀਂ ਆਪਣੇ ਨੌਜਵਾਨਾਂ ਵਿੱਚ ਸਾਨੂੰ ਪਤਾ ਜੇ એનર્ਜੀ ਸਾਡੇ ਤੋਂ ਸ਼ਾਇਦ 4 ਗੁਣਾ ਵੱਧ ਹੋਏਗੀ। ਹੂੰ ਸਾਨੂੰ ਚੈਨਲਾਈਜ਼ ਕਰਨੀ ਆਈ ਨਹੀਂ ਹੂੰ ਕਿ ਉਹ ਨੌਜਵਾਨ ਵੇਖੋ ਨਾ, ਜੇ ਸਿਖਰ ਤੇ ਅਸੀਂ ਉਹਨਾਂ ਨੂੰ ਰਾਹ ਦਸੇਰਾ ਕੋਈ ਅਗਾਂਹ ਦੇ ਸਕੀਏ, ਕੋਈ ਤਗੜਾ ਆਗੂ ਦੇ ਸਕੀਏ, ਹੂੰ ਤਾਂ ਸੱਚ ਜਾਣਿਓ ਉਹਨਾਂ ਲਈ ਇਹ ਚੀਜ਼ਾਂ ਮਾਇਨੇ ਨਹੀਂ ਰੱਖਣਗੀਆਂ। ਉਹਨਾਂ ਲਈ ਸਾਡਾ ਪਹਿਲਾ ਏਮ ਹੋਏਗਾ ਕਿ ਮੈਂ ਦੇਸ਼ ਲਈ ਜਾਨ ਵਾਰਨੀ ਹੈ, ਹੂੰ ਭਈ ਮੈਂ ਚੋਟੀ ਦਾ ਜੱਜ ਬਣਨਾ ਹੈ, ਹੂੰ ਭਈ ਮੈਂ ਆਪ ਕਾਨੂੰਨ ਦਾ ਘਾੜਾ ਬਣ ਕੇ ਕਾਨੂੰਨ ਬਦਲਨੇ ਨੇ, ਇਹ ਗਲਤ ਨੇ। ਹੂੰ ਅਸੀਂ ਸਿਰਫ ਖਿਮਾ ਕਰਿਓ, ਬੱਚਿਆਂ ਨੂੰ ਇਹ ਤਾਂ ਸਿਖਾ ਦਿੱਤਾ ਹੱਕ ਕੀ ਜੇ। ਜੀ ਬੋਲਣਾ ਫਰਜ਼। ਤੁਸੀਂ ਕਿ ਤੁਹਾਨੂੰ ਬੋਲਣ ਦੀ ਆਜ਼ਾਦੀ ਹੈ, ਫਰਜ਼ ਭਾਜੀ ਕਿਹਨੇ ਸਿਖਾਣੇ ਜੇ ਕਿ ਭਾਈ ਫਰਜ਼ ਵੀ ਹੁੰਦੇ ਜੇ। ਹੂੰ ਉਹ ਅਸੀਂ ਭੁਲਾਤੇ ਤੇ ਮਾਪੇ ਸੁੱਟ ਦਿੱਤੇ ਨੇ। ਅਸੀਂ ਵੇਖ ਲਓ ਕਿ ਅਸੀਂ ਘਰਾਂ ਚੋਂ ਬਾਹਰ ਧੱਕ ਦਿਆਂਗੇ, ਬਜ਼ੁਰਗ ਘਰਾਂ ਵਿੱਚ ਧੱਕ ਦਿਆਂਗੇ, ਹੂੰ ਤੇ ਫਿਰ ਆਪ ਅਸੀਂ ਰਿਸ਼ਤੇ ਵਧੀਆ ਨਿਭਾ ਨਹੀਂ ਸਕ ਰਹੇ। ਕਾਰਨ ਇਹੋ ਕਿ ਆਪਣੇ ਅੰਦਰ ਜਿਹੜੀ ਮਨ 'ਚ ਤਰਥੱਲੀ ਮਚਦੀ ਜੇ, ਫਿਰ ਅਸੀਂ ਨਸ਼ੇ ਵੱਲ ਨੂੰ ਤੁਰ ਜਾਂਦੇ ਹਾਂ, ਕਿਉਂਕਿ ਅਸੀਂ ਖੇਡਾਂ ਨਹੀਂ ਰੱਖੀਆਂ ਜਿਹੜੀਆਂ ਤਣਾਅ ਨੂੰ ਖਤਮ ਕਰ ਸਕਦੀਆਂ ਸੀ। ਹੂੰ ਅਸੀਂ ਉਹ ਪੜ੍ਹਨ ਦਾ ਜਿਹੜਾ ਸਾਡਾ ਰੁਝਾਨ ਸੀ ਖਤਮ ਕਰ ਦਿੱਤਾ, ਜਿਹੜਾ ਤੁਹਾਡੇ ਮਨ ਨੂੰ ਸ਼ਾਂਤ ਕਰ ਸਕਦਾ ਸੀ। ਲਾਇਬ੍ਰੇਰੀਆਂ ਸਾਡੀਆਂ ਸੁੰਨੀਆਂ ਹੋ ਗਈਆਂ ਨੇ। ਹੂੰ ਸਾਡੇ ਨੌਜਵਾਨ, ਸੱਚਮੁੱਚ ਸ਼ਬਦ ਬਹੁਤ ਮਾੜਾ ਲੱਗਦਾ ਜੇ ਕਿ ਵੇਲੜਾਂ ਵਾਂਗ ਇਸ ਵੇਲੇ ਜੋ ਬਾਹਰ ਨੂੰ ਨਿਕਲਦੇ ਨੇ ਸ਼ਾਮ ਨੂੰ, ਹੂੰ ਉਹੀ ਵਕਤ ਜਿਹੜਾ ਫਿਰ ਜਦੋਂ ਦੇਖਦਾ ਜੇ ਕੋਈ ਧੀ ਇਕੱਲੀ ਜਾਂਦੀ ਹੈ ਤੇ ਉਹਦੇ ਤੇ ਹੀ ਆਪਣਾ ਪੂਰਾ ਜ਼ੋਰ ਅਜ਼ਮਾ ਹੂੰ ਜਾਂਦਾ। ਇਹ ਜਿਹੜਾ ਇੱਕ ਵੱਗ ਬਹੁਤ। ਤੁਰਦਾ ਜਾਂਦਾ ਜੇ। ਸਾਡੇ ਕੋਲ ਜਿਹੜੇ ਚੰਗੇ ਲੋਕ ਨੇ ਹੂੰ ਉਹ ਰਾਹ ਦਸੇਰਾ ਬਣਨ ਦੀ ਥਾਂ ਆਪਣੇ ਤੱਕ ਸੀਮਤ ਹੋ ਗਏ ਨੇ ਕਿ ਮੈਂ ਬਸ ਆਪਣਾ ਕੰਮ ਆਪਣਾ ਅਗਾਂਹ ਤੋਰਾਂ, ਜਾਂ ਆਪਣਾ ਬੱਚਾ ਬਾਹਰ ਭੇਜ ਦਿਆਂ ਤੇ ਮੈਂ ਬਸ ਕਰ ਦੇਵਾਂ। ਇਹ ਜੰਗ ਜਾਰੀ ਸਿਰਫ ਤਾਂ ਰਹਿ ਸਕਦੀ ਹੈ ਜੇ ਹੂੰ ਸਾਰੇ ਬੁੱਧੀਜੀਵੀ ਖੇਤਰਨ, ਜੀ ਸਾਡੇ ਆਗੂ, ਸਾਡੇ ਟੀਚਰ, ਉਹ ਸਾਰੇ ਰਾਹ ਦਸੇਰਾ ਬਣ ਕੇ ਇੱਥੇ ਨਿਤਰਨ। ਹੂੰ ਪਰ ਗੱਲ ਇਹ ਹੈ ਕਿ ਜਿਵੇਂ ਪਹਿਲਾਂ ਹੀ ਕਿਹਾ ਜਾਂਦਾ ਸੀ ਕਿ ਸਰਦਾਰ ਨਾ ਹੋਵੇ ਨਾ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਹਾਰੀਆਂ। ਜੀ। ਇਹ ਵਾਕਈ ਉਹ ਹਾਲ ਜੇ ਕਿ ਸਾਡੇ ਨੌਜਵਾਨਾਂ ਨੂੰ ਆਗੂ ਕੋਈ ਨਹੀਂ ਮਿਲ ਰਿਹਾ। ਪਹਿਲੇ ਸਮਿਆਂ ਵਿੱਚ ਤੁਸੀਂ ਦੇਖਦੇ ਹੋਵੋਗੇ ਯੂਨੀਵਰਸਿਟੀਜ਼ 'ਚ, ਕਾਲਜਿਸ ਵਿੱਚ ਸਟੂਡੈਂਟ ਪੋਲਿਟਿਕਸ ਬਹੁਤ ਤਗੜੀ ਹੁੰਦੀ ਸੀ, ਜਿਹੜੀ ਬੱਚਿਆਂ ਦੀ ਆਵਾਜ਼ ਬਣਦੀ ਸੀ, ਹੂੰ ਉਹਨਾਂ ਦੇ ਜਿਹੜੀਆਂ ਮੁਸ਼ਕਲਾਂ ਸੀ ਉਹ ਹੱਲ ਕਰਨ ਦਾ ਰਾਹ ਲੱਭਦੀ ਸੀ। ਅਸੀਂ ਉਹ ਦਫਨ ਕਰ ਦਿੱਤੀ। ਜੀ ਜੇ ਨੌਜਵਾਨ ਆਗੂ ਤਿਆਰ ਨਾ ਕੀਤੇ, ਸੱਚ ਜਾਣਿਓ ਇਹ ਸਾਰੇ ਦੇ ਸਾਰੇ ਇਸੇ ਤਰ੍ਹਾਂ ਵਰਗਲਾਏ ਜਾਣਗੇ, ਸਿਆਸਤਦਾਨਾਂ ਵੱਲੋਂ ਵਰਤੇ ਜਾਣਗੇ, ਜਾਂ ਫਿਰ ਜੀ ਮਜ਼ਦੂਰ ਬਣ ਕੇ ਉਹਨਾਂ ਮੁਲਕਾਂ ਵਿੱਚ ਧੱਕ ਦਿੱਤੇ ਜਾਣਗੇ। ਜੀ ਬ੍ਰੇਨ ਡਰੇਨ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਭੈਣ ਰਾਣੀ। ਠੀਕ ਹੈ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਡਾਕਟਰ ਹਰਸ਼ਿੰਦਰ ਕੌਰ। ਸੋ ਪ੍ਰੋਗਰਾਮ ਚੰਗਾ ਲੱਗਿਆ ਕਿ ਸ਼ੇਅਰ ਤੇ ਸਾਂਝਾ ਜ਼ਰੂਰ ਕਰੋ। ਸਾਡੀ ਵੈਬਸਾਈਟ ਹੈ ਟਵਾਣਾਰੇਡੀਓ.com। ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੀ 7:30 ਤੋਂ 9:30 ਲਾਈਵ ਰੇਡੀਓ ਪ੍ਰੋਗਰਾਮ ਪੇਸ਼ ਕੀਤਾ ਜਾਂਦਾ। ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਦਿਓ ਆ ਗਿਆ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।